ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ, ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਗੂਜਰੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਸਾਰੇ ਵੀਰ ਭੈਣਾਂ, ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ ਗੂਜਰੀ ਕੀ ਵਾਰ ਦੀ 18 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 19 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 516 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਗੂਜਰੀ ਜਾਤ ਗਵਾਰ ਜਾਂ ਸ਼ਹੁ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਇਹਨੂੰ ਸਭ ਤੋਂ ਪਹਿਲੇ ਲਫ਼ਜ਼ ਨੂੰ ਗੁਜਰੀ ਨਹੀਂ ਪੜਨਾ, ਗੂਜਰੀ ਪੜਨਾ ਹੈ, ਕਿਉਂਕਿ ਗੱਗੇ ਦੇ ਥੱਲੇ ਦੁਲਾਂਕੜ ਹੈ। ਗੂਜਰੀ, ਗੂਜਰੀ ਜਾਤ ਗਵਾਰ। ਇਸ ਗੂਜਰੀ ਜਾਤ ਗਵਾਰ ਸਾਰੇ ਸ਼ਬਦ ਦਾ ਭਾਵ ਹੈ ਨੀਵੀਂ ਬਿਰਤੀ ਵਾਲਾ ਮਨੁੱਖ ਜਿਹੜਾ ਹੈ। ਇੱਥੇ ਕਿਸੇ ਨੀਵੀਂ ਜਾਤ ਦੀ ਗੱਲ ਨਹੀਂ ਹੈ। ਗੂਜਰੀ ਜਾਤ ਗਵਾਰ, ਗਵਾਰ ਦਾ ਮਤਲਬ ਜੋ ਕਮਲਾ ਬੇਸਮਝ ਹੈ, ਗੂਜਰੀ ਜਾਤ ਦਾ ਮਤਲਬ ਨੀਵੀਂ ਬਿਰਤੀ ਵਾਲਾ ਜਿਹੜਾ ਇਨਸਾਨ ਹੈ। ਨੀਵੀਂ ਬਿਰਤੀ ਵਾਲਾ ਇਨਸਾਨ ਵੀ ਮਹਾਨ ਹੋ ਸਕਦਾ ਹੈ ਜਾਂ ਸ਼ਹੁ ਪਾਏ ਆਪਣਾ, ਜੇ ਉਹ ਆਪਣੇ ਪਿਆਰੇ ਪ੍ਰਭੂ ਨੂੰ ਪਾ ਲਵੇ। ਯਾਨੀ ਨੀਵੀਂ ਬਿਰਤੀ ਵਾਲਾ ਮਨੁੱਖ ਰੱਬੀ ਗੁਣਾ ਤੋਂ ਦੂਰ ਹੋਣ ਕਰਕੇ ਨੀਵੀਂ ਬਿਰਤੀ ਵਾਲਾ ਹੈ। ਇਸ ਲਈ ਜੇ ਕੋਈ ਨੀਵੀਂ ਬਿਰਤੀ ਵਾਲਾ ਇਨਸਾਨ ਵੀ ਹੈ, ਜੇ ਉਹ ਆਪਣੇ ਪਿਆਰੇ ਪ੍ਰਭੂ ਨੂੰ ਪਾ ਲਵੇ ਤਾਂ ਉਹ ਵੀ ਮਹਾਨ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਇੱਥੇ ਜਾਤਵਾਦ ਦੀ ਗੱਲ ਨਹੀਂ ਹੈ, ਕਿਉਂਕਿ ਕੋਈ ਜਾਤ ਨੀਵੀਂ ਨਹੀਂ, ਕੋਈ ਜਾਤ ਉੱਚੀ ਨਹੀਂ। ਹਰ ਇਨਸਾਨ ਇੱਕ ਤਰ੍ਹਾਂ ਦਾ ਹੈ, ਇੱਕੋ ਨੂਰ ਤੋਂ ਪੈਦਾ ਹੋਇਆ ਹੈ। ਇਹ ਜਾਤੀਆਂ ਆਦਿਕ ਬੰਦਿਆਂ ਦੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਨੇ। ਗੁਰਦੇਵ ਪਾਤਸ਼ਾਹ ਜੀ ਨੇ ਜਾਤੀਵਾਦ ਨੂੰ ਥਾਂ ਥਾਂ ਤੇ ਰੱਦਿਆ ਹੈ ਔਰ ਖੰਡਨ ਕੀਤਾ ਹੈ। ਫੱਕੜ ਜਾਤੀ ਫੱਕੜ ਨਾਉ। ਤਾਂ ਜੇ ਕੋਈ ਨੀਵੀਂ ਬਿਰਤੀ ਵਾਲਾ ਇਨਸਾਨ ਵੀ ਆਪਣੇ ਪਿਆਰੇ ਪ੍ਰਭੂ ਨੂੰ ਪਾ ਲਵੇ ਤਾਂ ਉਹ ਮਹਾਨ ਹੋ ਸਕਦਾ ਹੈ। ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸ ਪ੍ਰਭੂ ਨੂੰ ਪਾਏ ਕਿਵੇਂ, ਰੱਬੀ ਗੁਣਾਂ ਨੂੰ ਗਾਏ ਕਿਵੇਂ, ਰੱਬੀ ਗੁਣਾਂ ਦਾ ਧਾਰਨੀ ਕਿਵੇਂ ਹੋਵੇ। ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪ ਜਾਪਣਾ ਦਾ ਮਤਲਬ ਹਰ ਵੇਲੇ ਉਹਨੂੰ ਜਾਣੇ, ਉਸ ਦੇ ਨਾਲ ਸਾਂਝ ਪਾਏ, ਰੱਬੀ ਗੁਣਾਂ ਨੂੰ ਗਾਏ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਵਿਚਾਰ ਦਾ ਮਤਲਬ ਵਿਚਾਰ ਕੇ। ਜੋ ਸਤਿਗੁਰ ਦੇ ਸ਼ਬਦ ਦੁਆਰਾ ਵਿਚਾਰ ਕੇ ਹਰ ਰੋਜ਼ ਹਰ ਸਮੇਂ ਰੱਬੀ ਗੁਣਾਂ ਨੂੰ ਗਾਉਂਦਾ ਹੈ, ਉਹ ਇਨਸਾਨ ਨੀਵੇਂ ਤੋਂ ਉੱਚਾ ਹੋ ਜਾਂਦਾ ਹੈ। ਯਾਨੀ ਨੀਵੇਂ ਤੋਂ ਉੱਚਾ ਹੋਣ ਦਾ ਇੱਕੋ ਹੀ ਸਾਧਨ ਹੈ ਗੁਰੂ ਦੇ ਉਪਦੇਸ਼ ਦੇ ਧਾਰਨੀ ਹੋ ਕੇ, ਗੁਰੂ ਸ਼ਬਦ ਨੂੰ, ਗੁਰੂ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹਰ ਪਲ ਬੰਦਾ ਹਰ ਜਪ ਜਾਪਣਾ ਦਾ ਮਤਲਬ ਰੱਬ ਦੇ ਨਾਲ ਸਾਂਝ ਪਾਏ, ਰੱਬੀ ਗੁਣਾਂ ਨੂੰ ਗਾਏ, ਰੱਬੀ ਗੁਣਾਂ ਦਾ ਧਾਰਨੀ ਹੋਵੇ, ਰੱਬ ਦੀ ਸਿਫਤ ਸਲਾਹ ਕਰੇ। ਤਾਂ ਇਸ ਤਰ੍ਹਾਂ ਨੀਵੀਂ ਬਿਰਤੀ ਵਾਲਾ ਇਨਸਾਨ ਵੀ ਮਹਾਨ ਹੋ ਜਾਂਦਾ ਹੈ। ਉਹਦੇ ਔਗਣ ਖਤਮ ਹੋ ਜਾਂਦੇ ਨੇ, ਉਸ ਦੇ ਅੰਦਰ ਵੀ ਸ਼ੁਭ ਗੁਣ ਆ ਜਾਂਦੇ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਕੁਲਵੰਤੀ ਦਾ ਮਤਲਬ ਚੰਗੇ ਕੁਲ ਵਾਲੀ। ਹੁਣ ਆਮ ਕਿਹਾ ਜਾਂਦਾ ਹੈ ਕਿ ਫਲਾ ਔਰਤ ਜਾਂ ਫਲਾ ਬੰਦਾ ਮਾੜੀ ਕੁਲ ਦਾ ਹੈ, ਨੀਵੀਂ ਕੁਲ ਦਾ ਹੈ, ਮੈਂ ਉੱਚੀ ਕੁਲ ਦਾ ਹਾਂ। ਤਾਂ ਇੱਥੇ ਉੱਚੀ ਔਰ ਨੀਵੀਂ ਕੁਲ ਦੀ ਗੱਲ ਨਹੀਂ ਹੈ। ਨੀਵੀਂ ਔਰ ਉੱਚੀ ਕੁਲ ਕੀ ਹੈ? ਜਿਸ ਬੰਦੇ ਦੀ ਸੋਚ ਨੀਵੀਂ ਹੈ, ਸੋਚ ਮਾੜੀ ਹੈ, ਉਹ ਨੀਵਾਂ ਹੈ। ਜਿਸ ਬੰਦੇ ਦੀ ਸੋਚ ਮਹਾਨ ਹੈ, ਉਹ ਬੰਦਾ ਮਹਾਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕਿਸੇ ਨੂੰ ਗੁਰੂ ਮਿਲ ਜਾਂਦਾ ਹੈ, ਜੇ ਸਤਿਗੁਰ ਮਿਲੇ, ਜਿਸ ਨੂੰ ਗੁਰੂ ਮਿਲਦਾ ਹੈ, ਭਾਵ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਤਿਸ ਭਉ ਪਵੈ, ਉਹਦੇ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਉਸ ਦੀ ਜ਼ਿੰਦਗੀ ਦੇ ਅੰਦਰ ਡਰ ਪੈਦਾ ਹੁੰਦਾ ਹੈ। ਡਰ ਦਾ ਮਤਲਬ ਇੱਥੇ ਅਦਬ। ਉਹਦੀ ਜ਼ਿੰਦਗੀ ਦੇ ਅੰਦਰ ਅਦਬ ਪੈਦਾ ਹੋ ਜਾਂਦਾ ਹੈ। ਉਹ ਗੁਰੂ ਦਾ ਅਦਬ ਕਰਦਾ ਹੈ, ਪ੍ਰਭੂ ਦਾ ਅਦਬ ਕਰਦਾ ਹੈ, ਇਸ ਸੰਸਾਰ ਦੇ ਅੰਦਰ ਆਮ ਮਨੁੱਖਾਂ ਦਾ ਅਦਬ ਕਰਦਾ ਹੈ। ਉਹਦੇ ਜੀਵਨ ਦੇ ਵਿੱਚ ਅਦਬ ਪੈਦਾ ਹੋ ਜਾਂਦਾ ਹੈ। ਤੇ ਜਿਸ ਬੰਦੇ ਦੇ ਜੀਵਨ ਵਿੱਚ ਅਦਬ ਹੋਏਗਾ,
ਉਹ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੇਗਾ, ਹਮ ਉਮਰ ਦੇ ਨਾਲ ਪਿਆਰ ਕਰੇਗਾ ਔਰ ਨਿੱਕਿਆਂ ਦੇ ਨਾਲ ਸਨੇਹ ਕਰੇਗਾ। ਇਹ ਹੈ ਸਾਰੀਆਂ ਚੀਜ਼ਾਂ ਇੱਕੋ ਹੀ ਨੇ, ਸਿਰਫ ਇਹਨਾਂ ਨੂੰ ਅਸੀਂ ਨਾਮ ਦਿੱਤੇ ਨੇ ਉਮਰ ਦੇ ਲਿਹਾਜ਼ ਨਾਲ, ਕਿ ਆਪਣੇ ਤੋਂ ਵੱਡੇ ਨਾਲ ਪਿਆਰ ਕੀਤਾ ਜਾ ਰਿਹਾ ਹੈ ਤੇ ਉਹਨੂੰ ਸਤਿਕਾਰ ਕਿਹਾ ਹੈ। ਆਪਣੇ ਹਮ ਉਮਰ ਦੇ ਨਾਲ ਜੋ ਪਿਆਰ ਹੈ ਉਹਨੂੰ ਪਿਆਰ ਕਹਿ ਰਹੇ ਹਾਂ, ਤੇ ਆਪਣੇ ਤੋਂ ਨਿੱਕੇ ਦੇ ਨਾਲ ਜੋ ਹੈ ਉਹਨੂੰ ਸਨੇਹ ਕਹਿ ਰਹੇ ਹਾਂ। ਤਾਂ ਉਸ ਬੰਦੇ ਦੀ ਜ਼ਿੰਦਗੀ ਵਿੱਚ ਅਦਬ ਪੈਦਾ ਹੋ ਜਾਏਗਾ, ਵੱਡਿਆਂ ਦਾ ਸਤਿਕਾਰ ਕਰੇਗਾ, ਹਮ ਉਮਰ ਨਾਲ ਪਿਆਰ ਕਰੇਗਾ, ਬੱਚਿਆਂ ਦੇ ਨਾਲ ਸਨੇਹ ਕਰੇਗਾ, ਰੱਬੀ ਗੁਣਾਂ ਦੇ ਨਾਲ ਉਸ ਦੀ ਪ੍ਰੀਤ ਹੋਏਗੀ, ਸੱਚ ਦੇ ਨਾਲ ਉਸ ਦੀ ਪ੍ਰੀਤ ਹੋਏਗੀ। ਸਾ ਕੁਲਵੰਤੀ ਨਾਰ, ਉਹ ਜੀਵ ਇਸਤਰੀ, ਉਹ ਜਿੰਦ ਉੱਚੇ ਕੁੱਲ ਵਾਲੀ ਹੈ, ਉਹ ਇਨਸਾਨ ਮਹਾਨ ਹੈ, ਉਹ ਇਨਸਾਨ ਵੱਡਾ ਹੈ। ਸਾ ਹੁਕਮ ਪਛਾਣੇ ਕੰਤ ਕਾ, ਜਿਸ ਨੂੰ ਕਿਰਪਾ ਕੀਤੀ ਕਰਤਾਰ, ਜਿਸ ਤੇ ਕਰਤਾਰ ਨੇ ਰਹਿਮਤ ਕੀਤੀ, ਉਹ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ। ਉਹ ਜਿੰਦ, ਉਹ ਜੀਵ, ਉਹ ਮਨੁੱਖ, ਇਸਤਰੀ ਪੁਰਸ਼ ਰੱਬੀ ਹੁਕਮ ਨੂੰ ਪਛਾਣਦਾ, ਜੋ ਰੱਬੀ ਰਹਿਮਤ ਦਾ ਪਾਤਰ ਬਣਿਆ ਹੈ। ਉਹ ਰੱਬ ਦੀ ਰਹਿਮਤ ਦਾ ਪਾਤਰ ਹੈ ਜਿਨੇ ਰੱਬੀ ਹੁਕਮ ਨੂੰ ਪਛਾਣਿਆ ਹੈ। ਹੁਣ ਪਛਾਣਨ ਦਾ ਮਤਲਬ ਹੈ ਰੱਬ ਦੇ ਹੁਕਮ ਨੂੰ ਸਮਝ ਕੇ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਣੀ। ਰੱਬੀ ਹੁਕਮ ਦੇ ਨਾਲ ਸਾਂਝ ਪਾਉਣ ਦਾ ਮਤਲਬ ਹੈ ਪਛਾਣਨਾ। ਤਾਂ ਉਹ ਇਨਸਾਨ ਜੋ ਰੱਬੀ ਰਹਿਮਤ ਦਾ ਪਾਤਰ ਹੈ, ਉਹ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਾ ਹੈ, ਹੁਕਮ ਤੋਂ ਬਾਹਰ ਨਹੀਂ। ਉਹ ਰੱਬੀ ਰਜ਼ਾ ਦੇ ਅੰਦਰ ਆਪਣਾ ਜੀਵਨ ਬਿਤਾਉਂਦਾ ਹੈ, ਸੱਚ ਨੂੰ ਆਧਾਰ ਬਣਾ ਉਹ ਆਪਣੇ ਫਰਜ਼ਾਂ ਨੂੰ ਪੂਰਾ ਕਰਦਾ ਹੈ। ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬੀ ਹੁਕਮ ਨੂੰ ਨਹੀਂ ਪਛਾਣਦੀ, ਜੀਵ ਇਸਤਰੀ, ਜਿੰਦ, ਇਨਸਾਨ, ਇਸਤਰੀ ਪੁਰਸ਼ ਕੋਈ ਵੀ ਹੈ। ਕੁਚੱਜੀ ਦਾ ਮਤਲਬ ਭੈੜੇ ਲੱਛਣਾਂ ਵਾਲੀ ਹੈ, ਪਰ ਹਰ ਛੋਡੀ ਦਾ ਮਤਲਬ ਤਿਆਗ ਦਿੱਤੀ, ਪਤਾਰ ਦਾ ਮਤਲਬ ਪਤੀ ਨੇ। ਜਿਸ ਨੂੰ ਪ੍ਰਭੂ ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ ਜੀਵ ਇਸਤਰੀ ਕੁਚੱਜੀ ਔਰ ਖੋਟੇ ਲੱਛਣਾਂ ਵਾਲੀ ਹੈ। ਯਾਨੀ ਜੋ ਇਨਸਾਨ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਨਹੀਂ ਜੀ ਰਿਹਾ, ਉਹਦੇ ਲੱਛਣ ਮਾੜੇ ਹੋਣਗੇ, ਉਹਦਾ ਨਜ਼ਰੀਆ ਮਾੜਾ, ਉਹਦੀ ਬੋਲ ਬਾਣੀ ਮਾੜੀ, ਉਹਦਾ ਬਿਹੇਵੀਅਰ ਮਾੜਾ, ਭੈੜੇ ਲੱਛਣ, ਭੈੜੇ ਕਰਮ, ਭੈੜੀ ਸੋਚ। ਤੇ ਐਸੇ ਜਿਹੜਾ ਜੀਵ ਨੇ ਉਹਨਾਂ ਨੂੰ ਰੱਬ ਨੇ ਛੱਡ ਦਿੱਤਾ ਹੁੰਦਾ ਹੈ। ਛੱਡਣ ਦਾ ਮਤਲਬ ਕਿ ਉਹਨਾਂ ਦਾ ਰੱਬ ਦੇ ਨਾਲ ਸੰਬੰਧ ਨਹੀਂ ਹੁੰਦਾ, ਪ੍ਰਭੂ ਦੇ ਨਾਲ ਮਿਲਾਪ ਉਹਨਾਂ ਦਾ ਨਹੀਂ ਹੁੰਦਾ, ਕਿਉਂਕਿ ਉਹ ਕੁਚੱਜੇ ਲੱਛਣਾਂ ਵਾਲੇ ਨੇ, ਉਹ ਰੱਬ ਤੋਂ ਛੁੱਟੜ ਹੋਏ ਹੋਏ ਨੇ, ਰੱਬ ਤੋਂ ਉਹ ਵਿਛੜੇ ਹੋਏ ਨੇ। ਤਾਂ ਇਹਦਾ ਮਤਲਬ ਜੋ ਸ਼ੁਭ ਗੁਣਾਂ ਦੇ ਨਾਲ ਜੁੜੇ ਨੇ ਉਹ ਪ੍ਰਭੂ ਦੇ ਨਾਲ ਜੁੜੇ ਨੇ, ਔਰ ਜਿਨ੍ਹਾਂ ਦੇ ਲੱਛਣ ਮਾੜੇ ਨੇ ਉਹ ਪ੍ਰਭੂ ਦੇ ਨਾਲੋਂ ਦੂਰ ਨੇ, ਕਿਉਂਕਿ ਇਹ ਮਾੜੇ ਲੱਛਣ, ਮਾੜੇ ਕਰਮ ਰੱਬ ਤੋਂ ਦੂਰ ਲੈ ਜਾਂਦੇ ਨੇ, ਔਰ ਜੋ ਰੱਬੀ ਗੁਣ ਨੇ ਉਹੀ ਸਾਨੂੰ ਰੱਬ ਦੇ ਨਜ਼ਦੀਕ ਲੈ ਆਉਂਦੇ ਨੇ। ਤਾਂ ਉਹ ਇਨਸਾਨ ਕੁਚੱਜਾ ਹੈ, ਮਾੜੇ ਲੱਛਣਾਂ ਵਾਲਾ ਹੈ, ਉਹਨੂੰ ਪ੍ਰਭੂ ਨੇ ਛੱਡ ਦਿੱਤਾ ਹੈ, ਭਾਵ ਕਿ ਉਹ ਰੱਬ ਤੋਂ ਵਿਛੜਿਆ ਰਹਿੰਦਾ ਹੈ। ਭੈ ਪੈ ਮਲ ਕੱਟੀਐ, ਨਿਰਮਲ ਹੋਵੇ ਸਰੀਰ। ਇਹਨੂੰ ਭੈ ਪਈਏ ਨਹੀਂ ਪੜਨਾ, ਪੈ, ਕਿਉਂਕਿ ਈੜੀ ਦੇ ਨਾਲ ਸਿਹਾਰੀ ਹੈ। ਪੈ ਦਾ ਮਤਲਬ ਪੈਣ ਨਾਲ, ਡਰ ਵਸਣ ਨਾਲ। ਭੈ ਪੈ ਦਾ ਮਤਲਬ ਜੇ ਪ੍ਰਭੂ ਦਾ ਡਰ, ਅਦਬ ਮਨ ਵਿੱਚ ਵਸ ਜਾਏ, ਜੇ ਹਿਰਦੇ ਅੰਦਰ, ਸੋਚ ਅੰਦਰ, ਮਨ ਅੰਦਰ ਰੱਬੀ ਪਿਆਰ, ਰੱਬੀ ਅਦਬ ਵਸ ਜਾਏ, ਤਾਂ ਉਹਦੇ ਨਾਲ ਕੀ ਹੁੰਦਾ ਹੈ? ਮਲ ਕੱਟੀ ਹੈ, ਮਨ ਦੀ ਮੈਲ ਕੱਟੀ ਜਾਂਦੀ। ਨਿਰਮਲ ਹੋਵੇ ਸਰੀਰ, ਤੇ ਉਹਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਦੇਖੋ ਹੁਣ ਮਨ ਦੀ ਮੈਲ ਕੱਟੀ ਗਈ ਤੇ ਪਵਿੱਤਰ ਸਰੀਰ ਹੋ ਗਿਆ। ਆਮ ਕਰਕੇ ਕੀ ਹੁੰਦਾ ਹੈ ਕਿ ਲੋਕ ਸਰੀਰ ਨੂੰ ਤੀਰਥਾਂ ਤੇ ਧੋ ਰਹੇ ਨੇ, ਮਤਲਬ ਇਸ਼ਨਾਨ ਆਦਿ ਕਰ ਰਹੇ ਨੇ, ਬਾਹਰੋਂ ਸਰੀਰ ਨੂੰ ਬੜਾ ਸਾਫ਼ ਰੱਖਿਆ, ਪਰ ਅੰਦਰ ਸੋਚ ਦੇ ਮੈਲ ਹੈ, ਸੋਚ ਮੈਲੀ ਹੈ। ਤਾਂ ਉਹਨਾਂ ਦੇ ਸਾਫ਼ ਸੁਥਰੇ ਸਰੀਰ ਦੇ ਨਾਲ ਵੀ ਜੋ ਕੰਮ ਹੋਣਗੇ ਉਹ ਮੈਲੇ ਹੋਣਗੇ। ਵੇਖਣਾ ਮੈਲਾ ਹੋਏਗਾ, ਬੋਲ ਮੈਲੇ ਹੋਣਗੇ, ਕਰਮ ਮੈਲੇ ਹੋਣਗੇ। ਪਰ ਜਿਸ ਤੇ ਮਨ ਦੀ ਮੈਲ ਕੱਟੀ ਜਾਏ, ਜਿਸ ਦੀ ਸੋਚ ਸੁਥਰੀ ਸਾਫ਼ ਹੋ ਜਾਏ, ਫਿਰ ਉਹਦਾ ਸਰੀਰ ਕਿਵੇਂ ਪਵਿੱਤਰ ਹੁੰਦਾ ਹੈ? ਮੀਨਸ ਉਹਦੇ ਸਰੀਰ ਦੇ ਜੋ ਕੰਮ ਨੇ ਉਹ ਵੀ ਨਿਰਮਲ ਹੋ ਜਾਂਦੇ ਨੇ। ਉਹਦਾ ਤੱਕਣਾ, ਉਹਦਾ ਬੋਲਣਾ, ਉਹਦਾ ਵਿਹਾਰ, ਸਾਰੇ ਕਰਮ ਉਹਦੇ ਪਵਿੱਤਰ ਹੋ ਜਾਂਦੇ ਨੇ, ਜਿਸ ਤੇ ਹਿਰਦੇ ਦੇ ਅੰਦਰ ਪ੍ਰਭੂ ਦਾ ਅਦਬ ਵਸ ਜਾਂਦਾ ਹੈ, ਭੈ ਵਸ ਜਾਂਦਾ ਹੈ, ਪਿਆਰ ਵਸ ਜਾਂਦਾ ਹੈ। ਅੰਤਰ ਪ੍ਰਗਾਸ ਮਤ ਊਤਮ ਹੋਵੇ, ਹਰ ਜਪ ਗੁਣੀ ਗਹੀਰ। ਗੁਣੀ ਗਹੀਰ ਦਾ ਮਤਲਬ ਗੁਣਾਂ ਦਾ ਗਹਿਰਾ ਖਜ਼ਾਨਾ, ਜਿਸ ਦਾ ਕੋਈ ਅੰਤ ਨਹੀਂ। ਗੁਣੀ ਗਹੀਰ, ਗੁਣਾਂ ਦਾ ਗਹਿਰਾ ਖਜ਼ਾਨਾ।
हर जप का मतलब जानन करके, सांझ पाण करके। रब जो गुणा का गहरा सागर है, ਉਹਦੇ ਨਾਲ ਸਾਂਝ ਬਣਾਇਆ। ਅੰਤਰ ਪ੍ਰਗਾਸ ਮਤ ਉੱਤਮ ਹੋਵੇ, ਉਹਦੇ ਅੰਦਰ ਚਾਨਣਾ ਹੋ ਜਾਂਦਾ ਹੈ ਔਰ ਉਹਦੀ ਮਤ ਉਜਵਲ ਹੋ ਜਾਂਦੀ ਹੈ। ਮਤ ਉੱਤਮ ਹੋਵੇ ਦਾ ਮਤਲਬ ਉਹਦੀ ਮਤ ਉਜਵਲ ਹੋ ਜਾਂਦੀ ਹੈ ਔਰ ਉਹਦੇ ਅੰਦਰ ਆਤਮਿਕ ਜੀਵਨ ਦਾ ਚਾਨਣਾ ਹੋ ਜਾਂਦਾ ਹੈ। ਭਾਵ ਉਹ ਆਤਮਿਕ ਜੀਵਨ ਨੂੰ ਜਾਣ ਲੈਂਦਾ ਹੈ, ਉਹ ਆਤਮਿਕ ਜੀਵਨ ਨੂੰ ਸਮਝ ਲੈਂਦਾ ਹੈ, ਉਹਦੇ ਅੰਦਰ ਗੁਣ ਚਮਕ ਪੈਂਦੇ ਨੇ, ਉਹਦੀ ਜੋ ਮਤ ਹੈ ਉੱਤਮ ਹੋ ਜਾਂਦੀ ਹੈ। ਭਾਵ ਕਿ ਉਹ ਆਪਣੇ ਗਿਆਨ ਦਾ ਸਹੀ ਯੂਜ਼ ਕਰਦਾ ਹੈ, ਆਪਣੀ ਮਤ ਦੇ ਨਾਲ ਫਿਰ ਉਹ ਸਹੀ ਫੈਸਲੇ ਲੈਂਦਾ ਹੈ, ਕਿਉਂਕਿ ਉਹਨੂੰ ਰੱਬੀ ਰਜ਼ਾ ਵਿੱਚ ਤੁਰਨ ਕਰਕੇ ਵਿਵੇਕ ਬੁੱਧ ਮਿਲ ਗਈ ਹੈ। ਉਹਦਾ ਰੱਬੀ ਗੁਣਾਂ ਦੇ ਨਾਲ ਉਹਦੀ ਸਾਂਝ ਪੈ ਗਈ ਹੈ, ਰੱਬੀ ਗੁਣਾਂ ਦਾ ਉਹ ਧਾਰਨੀ ਹੋ ਗਿਆ ਹੈ। ਇਸ ਲਈ ਉਹਦੀ ਮਤ ਵੀ ਉੱਤਮ ਹੋ ਗਈ ਹੈ। ਮਤ ਦੇ ਨਾਲ ਉਹ ਚੰਗੇ ਕਰਮ ਕਰਦਾ ਹੈ, ਮਤ ਦੇ ਨਾਲ ਉਹ ਚੰਗੇ ਫੈਸਲੇ ਲੈਂਦਾ ਹੈ। ਇਸ ਤਰ੍ਹਾਂ ਉਹਦੇ ਅੰਦਰ ਗਿਆਨ ਦਾ ਚਾਨਣਾ ਹੁੰਦਾ ਹੈ, ਭਾਵ ਕਿ ਉਹਦੇ ਅੰਦਰ ਸ਼ੁਭ ਗੁਣ ਚਮਕ ਪੈਂਦੇ ਨੇ। ਭੈ ਵਿੱਚ ਬੈਸੇ, ਭੈ ਵਿੱਚ ਬੈਸੈ, ਭੈ ਰਹਿ, ਭੈ ਵਿੱਚ ਕਮਾਵੇ ਕਾਰ। ਤੇ ਜਿਹੜਾ ਅਜਿਹਾ ਇਨਸਾਨ ਹੈ, ਭੈ ਵਿੱਚ ਬੈਸੇ ਦਾ ਮਤਲਬ ਬੈਠਦਾ ਹੈ, ਬੈਠਣ ਦਾ ਮਤਲਬ ਟਿਕਿਆ ਰਹਿੰਦਾ ਹੈ। ਭੈ ਰਹਿ ਦਾ ਮਤਲਬ ਭੈ ਵਿੱਚ ਹੀ ਰਹਿੰਦਾ ਹੈ। ਭੈ ਵਿੱਚ ਕਮਾਵੇ ਕਾਰ, ਤੇ ਕਾਰ ਦਾ ਮਤਲਬ ਕਿਰਤਕਾਰ, ਯਾਨੀ ਉਹ ਉੱਠਦਾ ਬੈਠਦਾ ਰੱਬੀ ਭੈ ਦੇ ਵਿੱਚ ਹੈ। ਭੈ ਦਾ ਮਤਲਬ ਹੁਕਮ ਵਿੱਚ ਹੈ, ਅਦਬ ਵਿੱਚ ਹੈ। ਤੇ ਜਿਹੜੀ ਕਾਰ ਕਰਮ ਕਰ ਰਿਹਾ ਹੈ ਉਹ ਵੀ ਭੈ ਦੇ ਵਿੱਚ ਹੈ। ਜੇ ਕਿਤੇ ਉਹ ਬੈਠਾ ਹੈ ਤਾਂ ਵੀ ਉਹ ਰੱਬੀ ਅਦਬ ਦੇ ਵਿੱਚ ਹੈ। ਜੇ ਉਹ ਰਹਿ ਰਿਹਾ ਹੈ, ਜ਼ਿੰਦਗੀ ਗੁਜ਼ਾਰ ਰਿਹਾ ਹੈ, ਤਾਂ ਵੀ ਉਹ ਰੱਬੀ ਅਦਬ ਦੇ ਵਿੱਚ ਹੈ। ਔਰ ਜੇ ਕਾਰ ਕਰਮ ਕਰ ਰਿਹਾ ਹੈ, ਕਿਰਤ ਕਰ ਰਿਹਾ ਹੈ, ਉਹ ਵੀ ਰੱਬੀ ਅਦਬ ਦੇ ਅੰਦਰ, ਪਿਆਰ ਦੇ ਅੰਦਰ, ਹੁਕਮ ਦੇ ਅੰਦਰ ਹੈ। ਹੁਣ ਭੈ ਦੇ ਵਿੱਚ ਬਹਿਣਾ, ਭੈ ਵਿੱਚ ਰਹਿਣਾ, ਭੈ ਵਿੱਚ ਕਾਰ ਕਰਨੀ, ਯਾਨੀ ਰੱਬੀ ਹੁਕਮ ਦੇ ਅੰਦਰ, ਰੱਬੀ ਅਦਬ ਦੇ ਅੰਦਰ, ਰੱਬੀ ਪਿਆਰ ਵਿੱਚ ਗੁਣਾਂ ਵਾਲੀ ਕਾਰ ਕਰਨੀ, ਗੁਣਾਂ ਵਾਲੀ ਜ਼ਿੰਦਗੀ ਜੀਣੀ। ਇਹ ਕੰਮ ਕਰਨ ਦੇ ਨਾਲ ਮਿਲੇਗਾ ਕੀ? ਜੇ ਅਸੀਂ ਰੱਬੀ ਅਦਬ ਵਿੱਚ ਰਹਿਣਾ, ਬਹਿਣਾ, ਬੋਲਣਾ, ਚੱਲਣਾ ਸਿੱਖ ਜਾਈਏ ਤਾਂ ਇਹਦਾ ਰਿਜ਼ਲਟ ਕੀ ਨਿਕਲੇਗਾ? ਤਾਂ ਇਹਦੇ ਬਦਲੇ ਵਿੱਚ 3 ਚੀਜ਼ਾਂ ਮਿਲਣਗੀਆਂ ਜੋ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ। ਇੱਥੇ ਸੁਖ, ਵਡਿਆਈਆਂ, ਦਰਗਾਹ, ਮੋਖ ਦੁਆਰ। ਇੱਥੇ ਸੁਖ ਯਾਨੀ ਇਸ ਜ਼ਿੰਦਗੀ ਦੇ ਅੰਦਰ ਉਹਨੂੰ ਸੁਖ ਮਿਲਣਗੇ, ਵਡਿਆਈਆਂ ਮਿਲਣਗੀਆਂ। ਵਡਿਆਈਆਂ ਦਾ ਮਤਲਬ ਮਾਨ ਆਦਰ ਮਿਲੇਗਾ, ਪਿਆਰ ਮਿਲੇਗਾ। ਦਰਗਾਹ, ਮੋਖ ਦੁਆਰ, ਤੇ ਰੱਬੀ ਦਰ ਦੇ ਉੱਤੇ ਉਹਨੂੰ ਮੁਕਤੀ ਮਿਲੇਗੀ, ਭਾਵ ਕਿ ਉਹ ਮੁਕਤੀ ਦਾ ਦਰ ਪਾ ਲਵੇਗਾ, ਵਿਕਾਰਾਂ ਤੋਂ ਉਹਦੀ ਖਲਾਸੀ ਹੋ ਜਾਏਗੀ, ਰੱਬੀ ਦਰ ਤੇ ਉਹ ਪ੍ਰਵਾਨ ਹੋ ਜਾਏਗਾ। ਸੰਸਾਰ ਦੇ ਅੰਦਰ ਰਹਿੰਦਾ ਹੋਇਆ ਹੀ ਉਹ ਰੱਬ ਦੇ ਅੰਦਰ ਲੀਨ ਹੋ ਜਾਏਗਾ। ਹੁਣ ਸਾਨੂੰ 3 ਚੀਜ਼ਾਂ ਸਾਡੀ ਮੰਗ ਹੈ ਨਾ ਆਮ ਬੰਦੇ ਦੀ, ਕਿ ਮੈਨੂੰ ਸੁੱਖ ਮਿਲੇ, ਮੈਨੂੰ ਮਾਣ, ਵਡਿਆਈ, ਪਿਆਰ, ਸਤਿਕਾਰ ਮਿਲੇ ਔਰ ਮੈਂ ਮੁਕਤ ਹੋ ਜਾਵਾਂ। ਇਹ ਤਿੰਨੇ ਹੀ ਚੀਜ਼ਾਂ ਮਿਲ ਜਾਣਗੀਆਂ ਜੇ ਰੱਬੀ ਅਦਬ ਦੇ ਅੰਦਰ ਬੰਦਾ ਰਹਿਣਾ ਸਿੱਖ ਜਾਏ। ਭੈ ਵਿੱਚ ਬੈਸੈ, ਭੈ ਰਹਿ, ਭੈ ਵਿੱਚ ਕਮਾਵੇ ਕਾਰ। ਫਿਰ ਕੀ ਮਿਲੇਗਾ? ਇੱਥੇ ਸੁੱਖ, ਜ਼ਿੰਦਗੀ ਦੇ ਅੰਦਰ ਸੁੱਖ ਮਿਲੇਗਾ। ਦੂਜਾ, ਵਡਿਆਈਆਂ ਮਿਲਣਗੀਆਂ, ਤੁਹਾਡੀ ਵਡਿਆਈ ਹੋਏਗੀ, ਸਿਫਤ ਹੋਏਗੀ, ਮਾਣ ਮਿਲੇਗਾ, ਪਿਆਰ ਔਰ ਸਤਿਕਾਰ ਮਿਲੇਗਾ। ਤੇ ਨਾਲ ਦਰਗਾਹ, ਮੋਖ ਦੁਆਰ, ਮੋਕਸ਼ ਦਾ ਦੁਆਰਾ ਮਿਲ ਜਾਏਗਾ, ਮੁਕਤ ਹੋ ਜਾਵਾਂਗੇ, ਰੱਬ ਦੇ ਅੰਦਰ ਲੀਨ ਹੋ ਕੇ ਰੱਬੀ ਦਰ ਤੇ ਪ੍ਰਵਾਨ ਹੋ ਜਾ। ਭੈ ਤੇ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਭੈ ਤੇ ਦਾ ਮਤਲਬ ਜੇ ਰੱਬੀ ਦਰ ਦੇ ਵਿੱਚ ਰਿਹਾ ਜਾਏ ਤਾਂ ਫਿਰ ਨਿਰਭੈਤਾ ਮਿਲ ਜਾਂਦੀ। ਜੇ ਰੱਬ ਦਾ ਡਰ ਆਪਣੇ ਮਨ ਦੇ ਵਿੱਚ ਬੰਦਾ ਬਿਠਾ ਲੈ ਨਾ, ਪਿਆਰ, ਅਦਬ, ਤਾਂ ਫਿਰ ਉਹ ਬੰਦਾ ਨਿਰਭਉ ਹੋ ਜਾਏਗਾ। ਭੈ ਤੇ ਨਿਰਭਉ ਪਾਈ ਹੈ, ਰੱਬੀ ਅਦਬ ਦੇ ਅੰਦਰ ਰਹਿਣ ਦੇ ਨਾਲ ਬੰਦਾ ਨਿਰਭੈਤਾ ਵਾਲੀ ਪਦਵੀ ਪਾ ਲੈਂਦਾ। ਫਿਰ ਉਹਨੂੰ ਕੋਈ ਭੈ ਨਹੀਂ ਰਹਿ ਜਾਂਦਾ, ਉਹਦੇ ਮਨ ਵਿੱਚ ਕੋਈ ਡਰ ਨਹੀਂ ਰਹਿ ਜਾਂਦਾ, ਨਿਰਭਉ ਹੋ ਜਾਂਦਾ ਹੈ, ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਜੋ ਕੁਝ ਹੋ ਰਿਹਾ ਹੈ ਰੱਬੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਰਜ਼ਾ ਤੋਂ ਬਾਹਰ, ਰੱਬੀ ਹੁਕਮ ਤੋਂ ਬਾਹਰ, ਲਾ ਆਫ ਨੇਚਰ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਫਿਰ ਉਹਨੂੰ ਨਾ ਤੇ ਕਿਸੇ ਬਾਬੇ ਦੇ ਵਰ ਦਾ ਲਾਲਚ ਰਹਿੰਦਾ ਹੈ, ਨਾ ਉਹਨੂੰ ਕਿਸੇ ਬਾਬੇ ਦੇ ਸਰਾਪ ਦਾ ਡਰ ਰਹਿੰਦਾ ਹੈ,
ਨਾ ਉਹਦੇ ਅੰਦਰ ਭੂਤਾਂ ਪ੍ਰੇਤਾਂ ਦਾ ਡਰ ਹੈ, ਨਾ ਜੰਤਰਾਂ ਮੰਤਰਾਂ ਦਾ ਡਰ ਹੈ, ਨਾ ਟੂਣੇ ਤਵੀਤਾਂ ਦਾ ਡਰ ਹੈ, ਔਰ ਨਾ ਹੀ ਕਿਸੇ ਜੋਤਸ਼ੀਆਂ ਦਾ ਡਰ ਹੈ, ਨਾ ਕੀਤੇ ਕਿਰਾਏ ਦਾ ਡਰ ਹੈ। ਕੋਈ ਹੈ ਹੀ ਨਹੀਂ ਡਰ, ਕਿਉਂਕਿ ਉਹਨੂੰ ਪਤਾ ਇਹ ਚੀਜ਼ਾਂ ਹੈ ਹੀ ਨਹੀਂ। ਰੱਬੀ ਰਜ਼ਾ ਦੇ ਅੰਦਰ ਸਾਰਾ ਕੁਝ ਹੈ, ਰੱਬੀ ਰਜ਼ਾ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਇਸ ਲਈ ਉਹਦੀ ਜ਼ਿੰਦਗੀ ਚੋਂ ਡਰ ਖਤਮ ਹੋ ਜਾਂਦੇ ਨੇ, ਉਹਨੂੰ ਨਿਰਭੈਤਾ ਮਿਲਦੀ ਹੈ, ਔਰ ਨਿਰਭੈਤਾ ਵਾਲੀ ਉਹ ਜ਼ਿੰਦਗੀ ਜੀਂਦਾ ਹੈ, ਯਾਨੀ ਪ੍ਰਭੂ ਨੂੰ ਪਾ ਲੈਂਦਾ ਹੈ, ਰੱਬ ਦੇ ਅੰਦਰ ਉਹ ਲੀਨ ਹੋ ਜਾਂਦਾ ਹੈ। ਮਿਲ ਜੋਤੀ ਜੋਤ ਅਪਾਰ, ਤੇ ਉਹਦੀ ਜਿਹੜੀ ਜੋਤ ਹੈ, ਜੋਤ ਮੀਨਸ ਸੋਚ, ਅਪਾਰ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ, ਰੱਬੀ ਸੋਚ ਦੇ ਵਿੱਚ ਮਿਲ ਜਾਂਦੀ ਹੈ। ਹੁਣ ਸਾਡੀ ਸੋਚ, ਰੱਬ ਦਾ ਔਰ ਸਾਡਾ ਫਰਕ ਕੀ ਹੈ? ਸੋਚ ਦਾ ਫਰਕ ਹੈ ਨਾ, ਸੋਚ ਦਾ ਫਰਕ ਹੈ। ਪ੍ਰਭੂ ਦੀ ਸੋਚ ਕੁਝ ਹੋਰ ਹੈ ਤੇ ਸਾਡੀ ਸੋਚ ਕੁਝ ਹੋਰ ਹੈ। ਸੋਚ ਰੱਬ ਦੇ ਵਿੱਚ ਮਿਲ ਜਾਏ, ਇਹੀ ਰੱਬ ਦਾ ਮਿਲਾਪ। ਇੱਕ ਬੂੰਦ ਔਰ ਇੱਕ ਸਾਗਰ ਦਾ ਫਰਕ ਕੀ ਹੈ? ਉਹ ਵੀ H2O ਤੇ ਉਹ ਵੀ H2O। ਬਸ ਉਹਦੇ ਵਿੱਚ ਮਿਲ ਜਾਣਾ ਹੈ, ਆਪਣਾ ਆਪਾ ਛੱਡ ਦੇਣਾ ਹੈ, ਆਪਣੀ ਸੀਮਤ ਸੋਚ ਨੂੰ ਵਿਸ਼ਾਲ ਸੋਚ ਦੇ ਅੰਦਰ ਮਿਲਾ ਦੇਣਾ ਹੈ। ਤਾਂ ਇਸ ਤਰ੍ਹਾਂ ਉਸ ਬੰਦੇ ਦੀ ਸੋਚ ਪ੍ਰਭੂ ਦੀ ਸੋਚ ਵਿੱਚ ਮਿਲ ਜਾਂਦੀ ਹੈ, ਔਰ ਉਹ ਇਨਸਾਨ ਰੱਬ ਵਰਗਾ ਹੀ ਹੋ ਜਾਂਦਾ ਹੈ। ਜਿਵੇਂ ਅਸੀਂ ਆਮ ਰੋਜ਼ ਇਹ ਵਿਚਾਰ ਵੀ ਕਰਨੇ ਆ ਕਿ ਫਲਾਂ ਬੰਦਾ ਤਾਂ ਨਿਰਾ ਰੱਬ ਹੈ ਯਾਰ, ਉਹ ਬੰਦਾ ਤਾਂ ਰੱਬ ਵਰਗਾ ਹੈ, ਕਿਉਂਕਿ ਇਹਦੇ ਅੰਦਰ ਕੋਈ ਖੋਟ ਨਹੀਂ ਰਹਿ ਜਾਂਦਾ, ਕੋਈ ਗੁਨਾਹ ਨਹੀਂ ਰਹਿ ਜਾਂਦੇ, ਕੋਈ ਜ਼ਬਰ ਜ਼ੁਲਮ ਨਹੀਂ ਹੁੰਦਾ, ਉਹਦੇ ਅੰਦਰ ਸ਼ੁਭ ਗੁਣ ਹੁੰਦੇ। ਨਾਨਕ ਖਸਮੈ ਭਾਵੈ ਸਾ ਭਲੀ, ਜਿਸ ਨੂੰ ਆਪੇ ਬਖਸ਼ੇ ਕਰਤਾਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੂੰ ਕਰਤਾਰ ਆਪ ਬਖਸ਼ਦਾ, ਉਹ ਜੀਵ ਇਸਤਰੀ ਜੋ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਜੀਵ ਇਸਤਰੀ ਚੰਗੀ ਹੈ। ਭਾਵ ਕਿ ਉਹ ਇਨਸਾਨ ਚੰਗੇ ਨੇ ਜਿਨ੍ਹਾਂ ਨੂੰ ਰੱਬ ਨੇ ਬਖਸ਼ਿਆ ਹੈ। ਭਾਵ ਜੋ ਰੱਬ ਦੀ ਬਖਸ਼ਿਸ਼ ਦੇ ਪਾਤਰ ਨੇ, ਉਹ ਚੰਗੇ ਨੇ, ਉਹ ਪਿਆਰੇ ਨੇ, ਉਹ ਰੱਬ ਨੂੰ ਵੀ ਪਿਆਰੇ ਲੱਗਦੇ ਨੇ। ਤੇ ਐਸੇ ਇਨਸਾਨ ਜਿਹੜੇ ਨੇ, ਉਹ ਸਾਰੀ ਦੁਨੀਆ ਨੂੰ ਪ੍ਰਵਾਨ ਹੁੰਦੇ ਨੇ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਕਿਉਂ? ਕਿਉਂਕਿ ਪੰਚਾਂ ਕਾ ਗੁਰ ਏਕ ਧਿਆਨ। ਜਿਹੜੇ ਇਹ ਸਚਿਆਰ ਪੁਰਸ਼ ਨੇ, ਇਹਨਾਂ ਦਾ ਧਿਆਨ ਇੱਕ ਰੱਬ ਵਿੱਚ, ਇੱਕ ਗੁਰੂ ਵਿੱਚ ਹੁੰਦਾ ਹੈ। ਇਹਨਾਂ ਦੇ ਧਿਆਨ ਦੇ ਅੰਦਰ ਇੱਕ ਗੁਰੂ ਹੁੰਦਾ ਹੈ। ਭਾਵ ਕਿ ਗੁਰੂ ਦੇ ਆਸ਼ੇ ਮੁਤਾਬਕ ਇਹ ਜ਼ਿੰਦਗੀ ਜੀਂਦੇ ਨੇ। ਤਾਂ ਜੋ ਪ੍ਰਭੂ ਨੂੰ ਭਾ ਜਾਏ, ਉਹੀ ਇਨਸਾਨ ਸਭ ਤੋਂ ਭਲਾ ਹੈ। ਜੋ ਰੱਬੀ ਬਖਸ਼ਿਸ਼ ਦਾ ਪਾਤਰ ਬਣ ਜਾਏ, ਉਹ ਇਨਸਾਨ ਹੀ ਸਭ ਤੋਂ ਚੰਗਾ ਹੈ। ਮਹਿਲਾ ਤੀਜਾ, ਸਦਾ ਸਦਾ ਸਾਲਾਹੀ ਹੈ, ਸੱਚੇ ਕੋ ਬਲ ਜਾਉ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫਤ ਕਰਨੀ ਚਾਹੀਦੀ ਹੈ। ਤੇ ਗੁਰੂ ਜੀ ਕਹਿੰਦੇ ਨੇ, ਸੱਚੇ ਕੋ ਬਲ ਜਾਉ, ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ। ਸਦਾ ਉਹਦੀ ਸਿਫਤ ਕਰਨੀ ਚਾਹੀਦੀ ਹੈ। ਸਾਨੂੰ ਉਪਦੇਸ਼ ਕਰ ਰਹੇ ਨੇ ਹਰ ਇਨਸਾਨ ਨੂੰ, ਤੇ ਆਪ ਕਹਿ ਰਹੇ ਨੇ ਕਿ ਮੈਂ ਵੀ ਉਸ ਸੱਚੇ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਤੇ ਬਲਿਹਾਰ ਜਾਣ ਦਾ ਮਤਲਬ ਲਫ਼ਜ਼ੀ ਨਹੀਂ ਹੈ। ਬਲਿਹਾਰ, ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ, ਬਲਿਹਾਰ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਪਲਸ ਹਾਰ। ਹਾਰ ਦਾ ਮਤਲਬ ਹਾਰ ਜਾਣਾ, ਬਲ ਦਾ ਮਤਲਬ ਤਾਕਤ। ਆਪਣੀ ਤਾਕਤ ਹਾਰ ਜਾਣੀ, ਭਾਵ ਆਪਣੀ ਈਗੋ ਛੱਡ ਦੇਣੀ, ਸਮਰਪਣ ਕਰ ਦੇਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਅੱਗੇ ਸਮਰਪਣ ਕਰਨਾ ਚਾਹੀਦਾ ਹੈ। ਮੈਂ ਰੱਬ ਤੋਂ ਸਦਕੇ ਜਾਣਾ, ਕੁਰਬਾਨ ਜਾਂਦਾ, ਉਸ ਦੇ ਨਾਲ ਪ੍ਰੀਤ ਪਾਉਂਦਾ, ਉਹਦੇ ਗੁਣਾਂ ਨੂੰ ਗਾਉਂਦਾ, ਉਹਦੀ ਰਜ਼ਾ ਦੇ ਵਿੱਚ ਤੁਰਦਾ ਹਾਂ। ਤੇ ਸਾਨੂੰ ਸਾਰਿਆਂ ਨੂੰ ਸਦਾ ਸਦਾ ਉਹਦੀ ਸਿਫਤ ਕਰਨੀ ਚਾਹੀਦੀ ਹੈ, ਭਾਵ ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਨਾਨਕ ਏਕ ਛੋੜ ਦੂਜੇ ਲੱਗੈ, ਸਾ ਜਿਹਵਾ ਜਲ ਜਾਓ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੀ ਇੱਕ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਲੱਗਦੀ ਹੈ ਨਾ, ਸੱਚ ਨੂੰ ਛੱਡ ਕੇ ਜੋ ਜ਼ਬਾਨ ਹੋਰ ਬੋਲਦੀ ਹੈ, ਗੁਰੂ ਜੀ ਕਹਿੰਦੇ ਨੇ ਉਹ ਜੀਭ ਵੀ ਸੜ ਜਾਏ। ਸਾ ਜਿਹਵਾ ਜਲ ਜਾਓ, ਸੜ ਜਾਏ ਇਹੋ ਜਿਹੀ ਜੀਭ, ਜ਼ਬਾਨ ਜਿਹੜੀ ਇੱਕ ਨੂੰ ਛੱਡ ਕੇ ਦੂਜੇ ਦੇ ਨਾਲ ਲੱਗਦੀ ਹੈ। ਭਾਵ ਸੱਚ ਨੂੰ ਛੱਡ ਕੇ ਜੋ ਝੂਠ ਫਰੇਬ ਦੀ ਗੱਲ ਕਰਦੀ, ਜੋ ਰੱਬੀ ਗੁਨਾਹ ਨੂੰ ਛੱਡ ਕੇ ਜਿਹੜੀ ਜੀਭ ਨਿੰਦਾ ਚੁਗਲੀ ਦੀ ਗੱਲ ਕਰਦੀ ਹੈ, ਝੂਠ ਫਰੇਬ ਦੀ ਗੱਲ ਕਰਦੀ ਹੈ, ਕ੍ਰੋਧ ਵਾਲੇ ਬੋਲ ਬੋਲਦੀ ਹੈ, ਹੰਕਾਰ ਵਾਲੇ ਬੋਲ ਬੋਲਦੀ ਹੈ, ਸੜ ਜਾਏ ਉਹ ਜੀਭ। ਭਾਵ ਕਿ ਉਹ ਜੀਭ ਚੰਗੀ ਨਹੀਂ ਹੈ। ਜ਼ਬਾਨ ਦੇ ਨਾਲ ਮਾੜੇ ਬੋਲ ਬੋਲਣੇ ਚੰਗੇ ਨਹੀਂ ਹਨ। ਸੱਚ ਨੂੰ ਛੱਡ ਕੇ ਹੋਰ ਬੋਲਣੇ ਇਹ ਚੰਗੇ ਨਹੀਂ ਨੇ। ਸੜ ਜਾਏ ਐਸੀ ਜੀਭ, ਜਿਹੜੀ ਜੀਭ ਸੱਚ ਨੂੰ ਛੱਡ, ਰੱਬ ਨੂੰ ਛੱਡ ਕੋਈ ਹੋਰ ਕਰਮ ਦੀ ਗੱਲ ਕਰਦੀ। ਜੇ ਕੋਈ ਇਹ ਕਹੇ ਕਿ ਵਰਤਨ ਰਾਤੇ ਰੱਖਣ ਦੇ ਨਾਲ ਵੀ ਸ਼ਾਂਤੀ ਮਿਲ ਜਾਂਦੀ ਹੈ, ਜਾਂ ਕਰਮ ਕਾਂਡ ਕਰਨ ਦੇ ਨਾਲ ਵੀ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਜਾਂ ਰੱਬ ਮਿਲ ਜਾਂਦਾ ਹੈ, ਤਾਂ ਇਹੋ ਜਿਹੇ ਗੱਲਾਂ ਕਰਨ ਦਾ ਫਾਇਦਾ ਨਹੀਂ ਕੋਈ ਹੈ।
ਕਿਉਂਕਿ ਇਹਨਾਂ ਚੀਜ਼ਾਂ ਦਾ ਆਤਮਿਕ ਜੀਵਨ ਵਿੱਚ ਕੋਈ ਲਾਭ ਨਹੀਂ ਹੈ। ਆਤਮਿਕ ਜੀਵਨ ਦੇ ਅੰਦਰ ਲਾਭ ਹੈ ਤਾਂ ਸੱਚ ਬੋਲਣ ਦਾ, ਸੱਚ ਸੁਣਨ ਦਾ, ਸੱਚ ਵੇਖਣ ਦਾ, ਸੱਚ ਕਮਾਉਣ ਦਾ, ਸ਼ੁਭ ਗੁਣਾਂ ਦੇ ਧਾਰਨੀ ਹੋਣ ਦਾ, ਮਨ ਬਚਨ ਕਰਮ ਕਰਕੇ। ਇਸ ਲਈ ਗੱਲ ਹੀ ਉਹ ਕਰਨੀ ਚਾਹੀਦੀ। ਹੁਣ ਦੂਜੀ ਗੱਲ ਇਹ ਹੈ ਕਿ ਇੱਕ ਨੂੰ ਛੱਡ ਕੇ ਦੂਜੇ ਦੀ ਗੱਲ, ਇੱਕ ਤਾਂ ਸੱਚ ਦੀ ਹੋ ਗਈ, ਗੁਣਾਂ ਦੀ ਹੋ ਗਈ। ਅਸੀਂ ਇਸ ਪਾਸੇ ਧਿਆਨ ਦੇਣਾ ਹੈ ਹਰ ਇਨਸਾਨ ਨੇ ਕਿ ਅਸੀਂ ਜ਼ਬਾਨ ਦੇ ਨਾਲ ਬੋਲਦੇ ਕੀ ਹਾਂ। ਜ਼ਬਾਨ ਦੇ ਨਾਲ ਕਦੇ ਵੀ ਨੈਗੇਟਿਵ ਬੋਲ ਨਾ ਬੋਲੋ। ਇਹ ਆਪਾਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ, ਕਿਉਂਕਿ ਤੁਹਾਡਾ ਬੋਲਿਆ ਹੋਇਆ ਇੱਕ ਨਿੱਕਾ ਜਿਹਾ ਨੈਗੇਟਿਵ ਬੋਲ ਕਿਸੇ ਦੀ ਜ਼ਿੰਦਗੀ ਨੂੰ ਸਦਾ ਲਈ ਤਬਾਹ ਕਰ ਦਿੰਦਾ ਹੈ। ਤੇ ਸਾਡੇ ਨਿੱਕੇ ਨਿੱਕੇ ਬੋਲਾਂ ਨੇ ਸਾਡੇ ਬੱਚਿਆਂ ਦਾ ਜਾਂ ਸਮਾਜ ਦੇ ਅੰਦਰ ਹੋਰ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਚਾਹੇ ਉਹ ਮਾਂ-ਬਾਪ ਨੇ ਬੋਲੇ ਨੇ, ਚਾਹੇ ਉਹ ਚਾਚਿਆਂ ਤਾਇਆ ਨਾਨਕਿਆਂ ਦਾਦਕਿਆਂ ਨੇ ਬੋਲੇ ਨੇ, ਕਿਸੇ ਅਧਿਆਪਕ ਨੇ ਬੋਲੇ ਨੇ, ਜਾਂ ਸਮਾਜ ਵਿੱਚੋਂ ਕਿਸੇ ਨੇ ਬੋਲੇ ਨੇ। ਜੇ ਕਿਸੇ ਨੇ ਕਿਸੇ ਨੂੰ ਕਿਹਾ ਹੈ ਨਾ ਕਿ ਤੇਰੇ ਤੋਂ ਕਾਮਯਾਬ ਨਹੀਂ ਹੋਇਆ ਜਾਣਾ, ਮੰਨ ਲਓ ਕਿਸੇ ਬੱਚੇ ਨੂੰ ਤੁਸੀਂ ਕਹਿ ਦਿਓ ਕਿ ਤੇਰੇ ਤੋਂ ਕਾਮਯਾਬ ਨਹੀਂ ਹੋਇਆ ਜਾਣਾ, ਬੇਟੇ ਤੂੰ ਨਹੀਂ ਮੈਥ ਵਿੱਚ ਕਾਮਯਾਬ ਹੋ ਸਕਦਾ, ਤੂੰ ਨਹੀਂ ਇਹ ਸਬਜੈਕਟ ਪੜ੍ਹ ਸਕਦਾ। ਤੇ ਹੁਣ ਜੇ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਵੇ ਕਿ ਜੋ ਮੇਰੀ ਮਾਂ ਕਹਿ ਰਹੀ ਹੈ ਠੀਕ ਹੀ ਕਹਿ ਰਹੀ ਹੋਣੀ ਹੈ, ਮੇਰਾ ਚਾਚਾ ਹੈ, ਤਾਇਆ ਹੈ, ਦਾਦਾ ਹੈ, ਨਾਨਾ ਹੈ, ਪਿਓ ਹੈ, ਜਾਂ ਮੇਰਾ ਅੰਕਲ ਹੈ, ਗੁਆਂਢੀ ਸਿਆਣਾ ਬੰਦਾ ਹੈ, ਗਲਤ ਥੋੜੀ ਕਹਿ ਰਿਹਾ, ਠੀਕ ਹੀ ਕਹਿ ਰਿਹਾ ਹੋਣਾ, ਤਾਂ ਮੇਰੇ ਵਾਸਤੇ ਇਹ ਗੱਲ ਨਹੀਂ ਹੈ। ਉਹ ਤੁਹਾਡਾ ਵਿਸ਼ਵਾਸ ਕਰ ਲੈ ਔਰ ਇਹ ਤੁਹਾਡਾ ਬੋਲ ਉਹਦੇ ਸਬਕੌਂਸ਼ੀਅਸ ਮਾਈਂਡ ਅੰਦਰ ਚਲਾ ਜਾਏ, ਤਾਂ ਜਦੋਂ ਵੀ ਉਹ ਕੋਈ ਕੰਮ ਕਰੇਗਾ ਅੰਦਰੋਂ ਸਿਗਨਲ ਮਿਲੇਗਾ ਕਿ ਤੂੰ ਕਾਮਯਾਬ ਨਹੀਂ ਹੋਣਾ, ਤਾਂ ਉਹ ਵਿਚਾਰਾ ਨਹੀਂ ਕਰੇਗਾ, ਉਹ ਕੰਮ ਫੇਲ ਹੋ ਗਿਆ ਨਾ। ਸਾਨੂੰ ਪਤਾ ਵੀ ਨਹੀਂ ਕਿ ਅਸੀਂ ਕਿੰਨਾ ਕਿਸੇ ਦਾ ਵੱਡਾ ਨੁਕਸਾਨ ਕਰ ਚੁੱਕੇ ਹਾਂ, ਔਰ ਉਸ ਨੂੰ ਵੀ ਨਹੀਂ ਪਤਾ ਕਿ ਮੇਰਾ ਨੁਕਸਾਨ ਕਿਸਨੇ ਕਿਵੇਂ ਕਰ ਦਿੱਤਾ ਹੈ। ਇਸ ਲਈ ਐਸੀ ਜੀਭ ਸੜ ਜਾਏ ਜਿਹੜੀ ਨੈਗੇਟਿਵ ਬੋਲ ਬੋਲਦੀ ਹੈ। ਕਿੰਨਾ ਅਤਿਆਚਾਰ ਹੈ ਨਾ। ਇਸ ਲਈ ਐਸਾ ਅਤਿਆਚਾਰ ਕਿਸੇ ਤੇ ਨਾ ਕਰੋ, ਔਰ ਇਹ ਅਤਿਆਚਾਰ ਆਪਣੇ ਆਪ ਤੇ ਵੀ ਨਾ ਕਰੋ ਕਿ ਮੈਂ ਨਹੀਂ ਕਰ ਸਕਦਾ। ਗੁਰੂ ਜੀ ਦੀ ਪਾਵਨ ਬਾਣੀ ਆਪਾਂ ਬਹੁਤ ਵਾਰ ਸਾਂਝੀ ਕੀਤੀ ਹੈ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ, ਸਗੋਂ ਆਗਾ ਹੂੰ ਪੁੱਤਰਾਗ ਪਿੱਛਾ ਫੇਰ ਨਾ ਮੁਹੜੜਾ, ਨਾਨਕ ਸਿੱਝ ਇਵੇ ਹਵਾਰ ਬਹੁੜ ਨਾ ਹੋਵੀ ਜਨਮੜਾ। ਹੁਣ ਕਿਸੇ ਬੱਚੇ ਨੇ ਜੇ ਡਰੱਗ ਅੱਜ ਵਰਤ ਰਿਹਾ ਹੈ ਨਾ, ਤੇ ਉਹਦੇ ਕਿਸੇ ਸਾਥੀ ਨੇ ਪਹਿਲੀ ਵਾਰੀ ਉਹਨੂੰ ਕਿਹਾ ਹੀ ਹੋਣਾ ਕਿ ਤੂੰ ਸ਼ਰਾਬ ਦਾ ਪੈਗ ਪੀ ਲੈ, ਜਾਂ ਸਮੈਕ ਲੈ ਲੈ, ਜਾਂ ਕੈਪਸੂਲ ਚਲ ਖਾ ਲੈ ਯਾਰ, ਇੱਕ ਖਾ ਲੈ। ਬੋਲ ਬੋਲੇ ਹੀ ਹੋਣਗੇ ਨਾ, ਤੇ ਉਹਨੇ ਉਹਦੇ ਬੋਲਾਂ ਨੂੰ ਮੰਨ ਲਿਆ ਹੋਏਗਾ ਤੇ ਉਹ ਡਰੱਗੀ ਹੋ ਗਿਆ। ਤੇ ਕਿੰਨਾ ਵੱਡਾ ਇੱਕ ਬੋਲ ਨੇ ਨੁਕਸਾਨ ਕਰ ਦਿੱਤਾ ਨਾ। ਐਸਾ ਨੁਕਸਾਨ ਤਾਂ ਇਹ ਜੀਭ ਸੜਨ ਵਾਲੀ ਹੋਈ ਨਾ। ਫਿਰ ਐਸੇ ਬੋਲ ਬੋਲਨੇ, ਸੱਚ ਨੂੰ ਛੱਡ ਕੇ, ਦਇਆ ਨੂੰ ਛੱਡ ਕੇ, ਪ੍ਰੇਮ ਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਔਗੁਣਾਂ ਵਾਲੇ ਬੋਲ, ਗੁਰੂ ਜੀ ਕਹਿੰਦੇ ਨੇ ਜੀਭ ਸੜ ਜਾਏ, ਭਾਵ ਕਿ ਸਾਨੂੰ ਐਸੇ ਬੋਲ ਨਹੀਂ ਬੋਲਣੇ ਚਾਹੀਦੇ। ਪੌੜੀ ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ। ਹੁਣ ਇਹ ਚੀਜ਼ ਥੋੜੀ ਜੀ ਸਮਝਣ ਵਾਲੀ ਹੈ। ਅੰਸਾ ਅਵਤਾਰ ਦਾ ਮਤਲਬ ਹੈ, ਅੰਸਾ ਅਵਤਾਰ ਇਹ ਮਨੌਤ ਹੈ। ਗੁਰੂ ਜੀ ਦਾ ਇਹ ਵਿਚਾਰ ਨਹੀਂ ਹੈ, ਗੁਰੂ ਜੀ ਨੇ ਉਸ ਮਨੌਤ ਨੂੰ ਲਿਆ ਹੈ। ਜਗਤ ਦੇ ਵਿੱਚ ਅੰਸਾ ਅਵਤਾਰ ਮੰਨੇ ਗਏ ਨੇ। ਅੰਸਾ ਅਵਤਾਰ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਰੱਬ ਨੇ ਆਪਣੀ ਥੋੜੀ ਜਿਹੀ ਕਲਾ ਰੱਖੀ ਹੋਵੇ। ਜਿਵੇਂ ਕੋਈ ਕਹਿੰਦਾ ਕਿ ਫਲਾਂ ਅਵਤਾਰ, ਉਹਦੇ ਵਿੱਚ 14 ਕਲਾ ਸਨ, ਉਹਦੇ ਵਿੱਚ 16 ਕਲਾ ਸਨ, ਫਲਾਣੇ ਦੇ ਵਿੱਚ 2 ਕਲਾ ਸਨ, ਯਾਨੀ ਰੱਬ ਦੀਆਂ ਵੀ ਕਲਾ ਗਿਣੀਆਂ ਨੇ। ਤਾਂ ਗੁਰਮਤ ਜਿਹੜੀ ਹੈ ਉਹ ਅਵਤਾਰਵਾਦ ਨੂੰ ਮੰਨਦੀ ਹੀ ਨਹੀਂ ਹੈ ਕਿ ਰੱਬ ਅਵਤਾਰ ਲੈ ਕੇ ਆਉਂਦਾ ਹੈ। ਗੁਰੂ ਜੀ ਨੇ ਤੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਜਿਹੜੇ ਮੂੰਹ ਦੇ ਨਾਲ ਤੂੰ ਇਹ ਕਹਿਣਾ ਕਿ ਰੱਬ ਜੂਨ ਵਿੱਚ ਆਇਆ ਹੈ, ਤੇਰਾ ਉਹ ਮੂੰਹ ਹੀ ਸੜਦਾ ਹੈ। ਯਾਨੀ ਰੱਬ ਜੂਨ ਵਿੱਚ ਨਹੀਂ ਆਉਂਦਾ। ਅਸੀਂ ਮੂਲ ਮੰਤਰ ਦੇ ਵਿੱਚ ਹੀ ਪੜ੍ਹ ਚੁੱਕੇ ਹਾਂ ਅਜੂਨੀ। ਇਸ ਲਈ ਸਾਡੇ ਜੋ ਅਰਥ ਕਰਨੇ ਨੇ, ਜੋ ਅਸਾਂ ਗੁਰਬਾਣੀ ਦੇ, ਉਹ ਮੂਲ ਮੰਤਰ ਦੇ ਉੱਤੇ ਪੂਰੇ ਜ਼ਰੂਰ ਉਤਰਨੇ ਚਾਹੀਦੇ ਨੇ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ। ਲੋਕ ਕਹਿੰਦੇ ਨੇ ਕਿ ਪ੍ਰਭੂ ਨੇ ਅੰਸਾ ਅਵਤਾਰ ਪੈਦਾ ਕੀਤੇ ਨੇ। ਦੇਵੀਆਂ ਦੇਵਤੇ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਕਿ ਫਲਾਂ ਦੇਵਤੇ ਵਿੱਚ ਇੰਨੀਆਂ ਅੰਸਾਂ ਸਨ, ਯਾਨੀ ਇੰਨੀਆਂ ਕਲਾ ਸਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਉ ਦੂਜਾ ਕੀਆ। ਇਹ ਦੂਜਾ ਜਿਹੜਾ ਭਾਵ ਹੈ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਪੈਦਾ ਕੀਤਾ ਹੈ। ਜਾਂ ਜਿਵੇਂ ਭਾਈ ਸਾਹਿਬ ਸਿੰਘ ਜੀ ਅਰਥ ਕਰ ਰਹੇ ਨੇ, ਦੇਵਤੇ ਆਦਿਕਾਂ ਦਾ ਵੀ ਜਨਮ ਪ੍ਰਭੂ ਨੇ ਆਪ ਹੀ ਕੀਤਾ ਹੈ, ਤੇ ਮਾਇਆ ਦਾ ਮੋਹ ਵੀ ਪ੍ਰਭੂ ਨੇ ਆਪ ਹੀ ਕੀਤਾ ਹੈ।
यानी ये सारा कुछ प्रभु की रजा दे विच है। जो दूजा भाव है, जो एक नालों टुट के दूजे दे नाल लगे ने, ये भी रजा है। और जिन्हां नूं अंसा अवतार कहा जा रहा है, वो भी प्रभु दे हुक्म दे विच ने, प्रभु दे हुक्म दे विच ने। द्वैत भाव जिहड़ा है, हुण देखो यह चीज समझण वाली है। एक नूं छड्ड के दूजे नाल लग जाना, यह सिस्टम ही है ना, यह प्रबंध ही है ना, सिस्टम ही है कि जे तुसी दूजे नाल लगोगे तो उस भाव दे विच चले जाओगे। सिस्टम है, जिवें जिवें ਅਸੀਂ ਝੂਠ ਬੋਲਾਂਗੇ ਜਾਂ ਕੁਛ ਕਰਾਂਗੇ ਤੇ ਉਹੋ ਜਿਹੇ ਸੰਸਕਾਰ ਸਾਡੇ ਅੰਦਰ ਪੈਦਾ ਹੁੰਦੇ ਜਾਣਗੇ। ਉਹ ਸਿਸਟਮ ਜਿਹੜਾ ਹੈ ਸਾਨੂੰ ਉਸੇ ਤਰ੍ਹਾਂ ਬਣਾਉਂਦਾ ਜਾਏਗਾ। ਤੇ ਜੇ ਅਸੀਂ ਸੱਚ ਨਾਲ, ਦਇਆ ਨਾਲ, ਧਰਮ ਨਾਲ ਜੁੜਾਂਗੇ, ਬਾਰ-ਬਾਰ ਉਹਨਾਂ ਨੂੰ ਰਿਪੀਟ ਕਰਾਂਗੇ ਤੇ ਉਹ ਸਿਸਟਮ ਜਿਹੜਾ ਹੈ ਸਾਡੇ ਅੰਦਰ ਉਹਨਾਂ ਚੀਜ਼ਾਂ ਨੂੰ ਪੱਕੀਆਂ ਕਰਦਾ ਜਾਏਗਾ। ਤਾਂ ਸਿਸਟਮ ਹੀ ਹੈ ਨਾ, ਦੋਵੇਂ ਹੀ ਸਿਸਟਮ ਵਿੱਚ ਨੇ। ਹੁਣ ਇਹ ਸਿਸਟਮ ਨੂੰ ਫੋਲੋ ਕਿਵੇਂ ਕੋਈ ਕਰਦਾ ਹੈ, ਇਹ ਡਿਪੈਂਡ ਕਰੇਗਾ ਉਸ ਬੰਦੇ ਤੇ। ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਪੀੜੀਆ। ਜਿਉਂ ਰਾਜੇ ਦਾ ਮਤਲਬ ਰਾਜਿਆਂ ਵਾਂਗ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਰੱਬ ਦੇ ਅਵਤਾਰ ਸਨ, ਤਾਂ ਗੁਰੂ ਜੀ ਕਹਿੰਦੇ ਨੇ ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਪੀੜੀਆ। ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁੱਖਾਂ ਦੀ ਖਾਤਰ ਲੜਦੇ ਰਹੇ। ਜਿਨ੍ਹਾਂ ਨੂੰ ਅਵਤਾਰ ਕਿਹਾ ਜਾਂਦਾ ਹੈ, ਉਹ ਵੀ ਰਾਜਿਆਂ ਦੀ ਤਰ੍ਹਾਂ ਰਾਜ ਕਰਦੇ ਰਹੇ। ਔਰ ਜਿਵੇਂ ਆਮ ਰਾਜੇ ਲੜਦੇ ਨੇ, ਉਹ ਦੁੱਖਾਂ ਔਰ ਸੁੱਖਾਂ ਦੀ ਖਾਤਰ ਉਹ ਵੀ ਲੜਦੇ ਰਹੇ। ਤੇ ਫਰਕ ਕੀ ਹੋਇਆ? ਫਰਕ ਕੀ ਹੋਇਆ? ਗੁਰੂ ਜੀ ਇਹ ਵਿਚਾਰ ਦੇ ਰਹੇ ਨੇ ਕਿ ਜਿਵੇਂ ਰਾਜੇ ਰਾਜ ਕਮਾਉਂਦੇ ਨੇ, ਐਵੇਂ ਹੀ ਉਹ ਲੋਕ ਜਿਨ੍ਹਾਂ ਨੂੰ ਅੰਸਾ ਅਵਤਾਰ ਆਦਿ ਕਿਹਾ ਜਾਂਦਾ ਹੈ, ਉਹ ਵੀ ਰਾਜਿਆਂ ਦੀ ਤਰ੍ਹਾਂ ਰਾਜ ਕਰਦੇ ਰਹੇ ਔਰ ਦੁੱਖ ਸੁੱਖ ਕਰਕੇ ਲੜਦੇ ਭਿੜਦੇ ਰਹੇ। ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਹੀਆ। ਬ੍ਰਹਮਾ ਤੇ ਸ਼ਿਵ ਵਰਗੇ ਵੱਡੇ ਦੇਵਤੇ ਵੀ ਸਿਮਰਦੇ ਰਹੇ, ਪਰ ਉਹਨਾਂ ਨੇ ਵੀ ਪ੍ਰਭੂ ਦੀ ਅਜਬ ਖੇਡ ਦਾ ਭੇਦ ਨਾ ਲੱਭਾ। ਯਾਨੀ ਬ੍ਰਹਮਾ, ਵਿਸ਼ਨੂੰ ਆਦਿਕ, ਸ਼ਿਵ ਆਦਿਕ, ਜਿਨ੍ਹਾਂ ਨੂੰ ਪ੍ਰਭੂ ਦੇ ਅਵਤਾਰ ਕਰਕੇ ਪੂਜਿਆ ਜਾਂਦਾ ਹੈ, ਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਵੀ ਪ੍ਰਭੂ ਦਾ ਅੰਤ ਨਹੀਂ ਲੱਭਿਆ। ਉਹ ਵੀ ਸੰਸਾਰ ਦੇ ਅੰਤ ਨੂੰ ਨਹੀਂ ਜਾਣ ਸਕਦੇ, ਕਿਉਂਕਿ ਸੰਸਾਰ ਦੇ ਅੰਤ ਨੂੰ ਪਾਇਆ ਹੀ ਨਹੀਂ ਜਾ ਸਕਦਾ, ਨਿਰੰਕਾਰ ਦੇ ਅੰਤ ਨੂੰ ਪਾਇਆ ਹੀ ਨਹੀਂ ਜਾ ਸਕਦਾ। ਸਾਰਾ ਕੁਝ ਅਸੀਮ ਹੈ ਔਰ ਸਾਰਾ ਕੁਝ ਰੱਬੀ ਰਜ਼ਾ ਦੇ ਵਿੱਚ ਹੈ। ਨਿਰਭਉ ਨਿਰੰਕਾਰ ਅਲਖ ਹੈ, ਗੁਰਮੁਖ ਪ੍ਰਗਟਿਆ। ਪ੍ਰਗਟਿਆ ਦਾ ਮਤਲਬ ਪ੍ਰਗਟ ਹੁੰਦਾ ਹੈ। ਨਿਰਭਉ ਦਾ ਮਤਲਬ ਨਿਡਰ ਹੈ। ਨਿਰੰਕਾਰ ਦਾ ਮਤਲਬ ਆਕਾਰ ਰਹਿਤ ਹੈ। ਅਲਖ ਦਾ ਮਤਲਬ ਲਖਨ ਤੋਂ ਪਰੇ ਹੈ। ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਕਿਉਂਕਿ ਜਿਹਦਾ ਰੂਪ ਰੰਗ ਹੈ ਹੀ ਨਹੀਂ, ਉਹਨੂੰ ਇਹਨਾਂ ਅੱਖਾਂ ਦੇ ਨਾਲ ਵੇਖਾਂਗੇ ਕਿਵੇਂ? ਜਿਹਦਾ ਕੋਈ ਆਕਾਰ ਹੀ ਨਹੀਂ, ਉਹਨੂੰ ਵੇਖੋਗੇ ਕਿਵੇਂ? ਅਸੀਂ ਵੇਖ ਉਹ ਚੀਜ਼ ਸਕਦੇ ਹਾਂ ਜਿਸ ਦਾ ਕੋਈ ਆਕਾਰ ਹੈ। ਜਿਸ ਦਾ ਆਕਾਰ ਨਹੀਂ, ਉਹਨੂੰ ਕਿਵੇਂ ਵੇਖੋਗੇ? ਹੁਣ ਅਣੂ ਪਰਮਾਣੂ ਨੇ, ਬੈਕਟੀਰੀਆ ਹੈ ਜਾਂ ਵਾਇਰਸ ਹੈ, ਤਾਂ ਇਹਨੂੰ ਵੇਖਿਆ ਜਾ ਸਕਦਾ ਹੈ ਨਾ ਖੁਰਦਬੀਨ ਨਾਲ, ਜਾਂ ਜਿਸ ਤਰ੍ਹਾਂ ਵੀ ਜਿਹੜਾ ਵੀ ਸਿਸਟਮ ਹੈ ਵੇਖਿਆ ਜਾ ਸਕਦਾ ਹੈ। ਤਾਂ ਆਕਾਰ ਹੈ, ਤੇ ਜਿਸ ਦਾ ਆਕਾਰ ਹੀ ਨਹੀਂ, ਉਹਨੂੰ ਵੇਖੋਗੇ ਕਿਵੇਂ? ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਨਿਡਰ ਹੈ, ਆਕਾਰ ਰਹਿਤ ਹੈ, ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਗੁਰਮੁਖ ਪ੍ਰਗਟਿਆ ਦਾ ਮਤਲਬ ਗੁਰੂ ਦੇ ਜਰੀਏ ਅੰਦਰ ਪ੍ਰਗਟ ਹੋ ਜਾਂਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਅੰਦਰ ਪ੍ਰਗਟ ਹੋ ਜਾਂਦਾ ਹੈ। ਹੁਣ ਕਿਵੇਂ ਪ੍ਰਗਟ ਹੋ ਜਾਂਦਾ ਹੈ? ਉਹਦੇ ਗੁਣ ਪ੍ਰਗਟ ਹੋ ਜਾਂਦੇ ਨੇ, ਅੰਦਰ ਸੱਚ ਪ੍ਰਗਟ ਹੋ ਜਾਂਦਾ ਹੈ, ਦਇਆ ਪ੍ਰਗਟ ਹੋ ਜਾਂਦੀ ਹੈ, ਪਿਆਰ ਪ੍ਰਗਟ ਹੋ ਜਾਂਦਾ ਹੈ। ਭਾਵ ਕਿ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਤੇ ਫਿਰ ਉਹ ਬੰਦਾ ਦਿਸਦਾ ਹੈ ਕਿ ਪ੍ਰਤੱਖਿਆਰੇ ਰੱਬ ਦਾ ਰੂਪ ਹੈ। ਗੁਰੂ ਦੇ ਜ਼ਰੀਏ ਉਹਦੇ ਨਾਲ ਜੁੜ ਸਕਦੇ ਹਾਂ, ਕਿਸੇ ਕਰਮਕਾਂਡ ਨਾਲ ਨਹੀਂ, ਕਿਸੇ ਦੇਵੀ ਦੇਵਤੇ ਅਵਤਾਰ ਨੂੰ ਪੂਜ ਕੇ ਨਹੀਂ। ਗੁਰੂ ਦੇ ਜ਼ਰੀਏ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਉਸ ਨੂੰ ਆਪਣੇ ਅੰਦਰੋਂ ਪ੍ਰਗਟ ਕੀਤਾ ਜਾ ਸਕਦਾ ਹੈ। ਜਿਵੇਂ ਲੱਕੜ ਦੇ ਅੰਦਰ ਅੱਗ ਹੈ ਤੇ ਉਹਨੂੰ ਪ੍ਰਗਟ ਕੀਤਾ ਜਾ ਸਕਦਾ ਹੈ, ਘਿਓ ਦੇ ਅੰਦਰ, ਦੁੱਧ ਦੇ ਅੰਦਰ ਘਿਓ ਹੈ ਤੇ ਉਹਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਤਾਂ ਸਾਡੇ ਅੰਦਰ ਰੱਬੀ ਗੁਣ ਨੇ, ਗੁਣਾਂ ਦੇ ਰੂਪ ਵਿੱਚ ਪ੍ਰਭੂ ਸਾਡੇ ਅੰਦਰ ਵਸ ਰਿਹਾ ਹੈ, ਤਾਂ ਉਹਨਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜਿਵੇਂ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਸੱਚ ਹੈ, ਪ੍ਰੇਮ ਹੈ, ਨਿਰਭੈਤਾ, ਨਿਰਵੈਰਤਾ ਹੈ, ਸਾਰੇ ਗੁਣ ਸਾਡੇ ਅੰਦਰ ਮੌਜੂਦ ਨੇ। ਇਹਨਾਂ ਨੂੰ ਯੂਜ਼ ਹੀ ਕਰਨਾ ਹੈ, ਅੰਦਰੋਂ ਪ੍ਰਗਟ ਹੀ ਕਰਨਾ ਹੈ। ਤਾਂ ਕੋਈ ਵੀ ਬੰਦਾ ਇਹਨਾਂ ਨੂੰ ਯੂਜ਼ ਕਰ ਸਕਦਾ ਹੈ। ਤਾਂ ਉਹ ਪ੍ਰਭੂ ਗੁਣ ਸਰੂਪ ਸਾਡੇ ਅੰਦਰ ਗੁਰੂ ਦੇ ਜ਼ਰੀਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੀਵਿਆਂ ਪ੍ਰਗਟ ਹੁੰਦਾ ਹੈ। ਤੇ ਜਿੱਥੇ ਰੱਬ ਪ੍ਰਗਟ ਹੋ ਜਾਏ,
जिस सोच ਦੇ ਅੰਦਰ ਰੱਬੀ ਗੁਣ ਆ ਜਾਣ, ਜਿੱਥੇ ਐਸੀ ਸੋਚ ਬਣ ਜਾਏ ਜਿਸ ਸੋਚ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਐਸੀ ਸੋਚ ਤਿੱਥੇ ਸੋਗ ਵਿਜੋਗ ਨਾ ਵਿਆਪਈ। ਗੁਰਮੁਖ ਅਵਸਥਾ ਵਿੱਚ ਚਿੰਤਾ ਔਰ ਵਿਛੋੜਾ ਇਹ ਦਬਾ ਨਹੀਂ ਪਾਉਂਦੇ। ਨਾ ਸੋਗ ਹੈ ਨਾ ਵਿਜੋਗ ਹੈ, ਕਿਉਂਕਿ ਵਿਜੋਗ ਉੱਥੇ ਹੈ ਹੀ ਨਹੀਂ, ਪ੍ਰਭੂ ਦੇ ਨਾਲੋਂ ਵਿਛੋੜਾ ਕਦੇ ਹੋਣਾ ਹੀ ਨਹੀਂ। ਤੇ ਜਿੱਥੇ ਵਿਛੋੜਾ ਨਹੀਂ ਹੈ, ਮਿਲਾਪ ਹੈ ਪ੍ਰਭੂ ਦੇ ਨਾਲ, ਉੱਥੇ ਚਿੰਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉੱਥੇ ਕੋਈ ਸੋਗ, ਕੋਈ ਵਿਛੋੜਾ, ਕੋਈ ਚਿੰਤਾ ਬੰਦੇ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੀ। ਅਸਥਿਰ ਜਗ ਥੀਆ, ਇੱਥੇ ਜਗ ਦੇ ਗੱਗੇ ਨਾਲ ਸਿਹਾਰੀ ਹੈ। ਜਗਤ ਵਿੱਚ ਅਸਥਿਰ ਦਾ ਮਤਲਬ ਅਡੋਲ। ਜੋ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਇਸ ਜਗਤ ਦੇ ਅੰਦਰ ਅਡੋਲ ਹੈ, ਉਹ ਡੋਲਦਾ ਨਹੀਂ ਹੈ। ਕਿਸੇ ਲਾਲਚ ਤੇ ਨਹੀਂ ਡੋਲਦਾ, ਕਾਮ ਕ੍ਰੋਧ ਲੋਭ ਆਦਿ ਨੂੰ ਨਹੀਂ ਡੁਲਾਉਂਦੇ। ਉਹ ਕਦੇ ਵੀ ਸੱਚੇ ਰਾਹ ਨੂੰ ਛੱਡ ਕੇ ਪਾਸੇ ਨਹੀਂ ਹੁੰਦਾ, ਡੋਲਦਾ ਨਹੀਂ। ਉਹਦੇ ਚਿੱਤ ਵਿੱਚ ਡਾਵਾਂ ਡੋਲਤਾ ਵਾਲੀ ਅਵਸਥਾ ਹੈ ਹੀ ਨਹੀਂ। ਉਹਨਾਂ ਨੂੰ ਆਰਿਆਂ ਨਾਲ ਚੀਰ ਚੀਰ ਕੇ ਵੇਖ ਲਿਆ ਹੈ, ਪਰ ਉਹ ਨਹੀਂ ਡੋਲੇ। ਉਹਨਾਂ ਨੂੰ ਨੀਹਾਂ ਵਿੱਚ ਚਿਣ ਚਿਣ ਕੇ ਦੇਖ ਲਿਆ ਹੈ, ਉਹ ਨਹੀਂ ਡੋਲੇ। ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਗਲਿਆਂ ਦੇ ਹਾਰ ਬਣਾ ਕੇ ਵੇਖ ਲਿਆ, ਪਰ ਨਹੀਂ ਡੋਲੇ, ਕਿਉਂਕਿ ਉਹ ਸਥਿਰ ਨੇ ਨਾ। ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਉਹ ਸੋਚ ਦੇ ਧਾਰਨੀ ਹੋ ਗਏ ਨੇ। ਤੇ ਜਿੱਥੇ ਉਹ ਸੋਚ ਹੈ, ਉਹ ਸੋਚ ਦੇ ਅੰਦਰ ਵਿਜੋਗ ਨਹੀਂ, ਉੱਥੇ ਵਿਛੋੜਾ ਨਹੀਂ, ਉੱਥੇ ਚਿੰਤਾ ਨਹੀਂ। ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਇਸ ਜਗਤ ਦੇ ਅੰਦਰ ਸਥਿਰ ਹੈ, ਭਾਵ ਕਿ ਉਹ ਕਦੇ ਵੀ ਵਿਕਾਰਾਂ ਆਦਿਕ ਦੇ ਵਿੱਚ ਡੋਲਦਾ ਨਹੀਂ ਹੈ। ਸ਼ਲੋਕ ਮਹਿਲਾ ਤੀਜਾ। ਇਹ ਸਭ ਕੁਛ ਆਵਣ ਜਾਣ ਹੈ, ਜੇਤਾ ਹੈ ਆਕਾਰ। ਆਕਾਰ ਦਾ ਮਤਲਬ ਜਿੰਨਾ ਵੀ ਆ ਜਗਤ ਦਿਸ ਰਿਹਾ ਹੈ, ਜੋ ਕੁਛ ਵੀ ਸਾਰਾ ਕੁਛ। ਆਵਣ ਜਾਣ ਦਾ ਮਤਲਬ ਆਉਣ ਜਾਣ ਵਾਲਾ ਹੈ। ਆਉਣ ਜਾਣ ਦਾ ਮਤਲਬ ਆਉਣਾ ਔਰ ਜਾਣਾ, ਜੰਮਣਾ ਤੇ ਮਰਨਾ, ਪੈਦਾ ਹੋਣਾ ਤੇ ਖਤਮ ਹੋ ਜਾਣਾ। ਇੱਥੇ ਹਰ ਸ਼ੈ ਜਿਹੜੀ ਪੈਦਾ ਹੁੰਦੀ ਉਹ ਖਤਮ ਹੋ ਜਾਂਦੀ। ਆਵਣ ਜਾਣ ਵਾਲਾ ਮੀਨਸ ਨਾਸ਼ਮਾਨ। ਇਹ ਸदैवी ਫਿਰ ਨਹੀਂ ਹੈ। ਅਸੀਂ ਹੁਣ ਕੁਝ ਸਮਾਂ ਪਹਿਲਾਂ ਨਹੀਂ ਸਾਂ, ਹੁਣ ਅਸੀਂ ਹਾਂ, ਲੇਕਿਨ ਕੁਝ ਸਮਾਂ ਬਾਅਦ ਅਸੀਂ ਫਿਰ ਨਹੀਂ ਹੋ ਜਾਣਾ। ਯਾਨੀ ਇੱਥੇ ਕੋਈ ਵੀ ਜਗਤ ਦੀ ਚੀਜ਼ ਸਦਾ ਫਿਰ ਨਹੀਂ ਹੈ, ਹਰ ਚੀਜ਼ ਨਾਸ਼ਮਾਨ ਹੈ। ਇੱਥੇ ਸਦਾ ਕਿਸੇ ਨੇ ਵੀ ਬਹਿ ਨਹੀਂ ਰਹਿਣਾ। ਇੱਥੇ ਨਿਰੰਕਾਰ ਸੋਹਾਨ। ਇਹ ਲੇਖਾ ਲਿਖਿਆ, ਯਾਨੀ ਜਿਨਨੇ ਇਹ ਲੇਖਾ ਲਿਖ ਲਿਆ, ਜਿਨਨੇ ਇਹ ਲੇਖਾ ਸਮਝ ਲਿਆ। ਇੱਥੇ ਜਿਨੇ ਲੇਖਾ ਲਿਖਿਆ ਦਾ ਮਤਲਬ ਇਹ ਨਹੀਂ ਕਿ ਜਿਸ ਰੱਬ ਨੇ ਲੇਖਾ ਲਿਖਿਆ। ਇੱਥੇ ਬੰਦੇ ਦੀ ਗੱਲ ਹੋ ਰਹੀ ਹੈ। ਜਿਸ ਨੇ ਇਹ ਲੇਖਾ ਲਿਖਿਆ ਦਾ ਮਤਲਬ ਇਹ ਲੇਖਾ ਲਿਖ ਲਿਆ ਆਪਣੇ ਅੰਦਰ, ਸਮਝ ਲਿਆ ਜਿਸ ਨੇ। ਸੋ ਹੋਆ ਪ੍ਰਵਾਨ, ਉਹ ਰੱਬ ਦੇ ਦਰ ਤੇ ਪ੍ਰਵਾਨ ਹੋ। ਜਿਨੇ ਇਹ ਲੇਖੇ ਨੂੰ ਸਮਝ ਲਿਆ, ਜਿਨੇ ਗੁਰੂ ਦੀ ਪਾਵਨ ਬਾਣੀ ਨੂੰ ਸਮਝ ਲਿਆ, ਜਿਨੇ ਆਪਣੇ ਅੰਦਰ ਇਹ ਲੇਖਾ ਲਿਖ ਲਿਆ, ਜਿਨੇ ਗੱਲ ਦਿਮਾਗ ਵਿੱਚ ਪਾ ਲਈ, ਜਿਨੇ ਇਸ ਬਚਨਾਂ ਦੇ ਉੱਤੇ ਅਮਲ ਕਰ ਲਿਆ, ਸੋ ਹੋਆ ਪ੍ਰਵਾਨ, ਉਹ ਇਨਸਾਨ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ। ਹੁਣ ਦੇਖੋ, ਰੱਬੀ ਦਰ ਤੇ ਪ੍ਰਵਾਨ ਹੋਣ ਵਾਸਤੇ ਸਾਨੂੰ ਕਿੰਨਾ ਸੌਖਾ ਰਾਹ ਦੱਸਿਆ ਜਾ ਰਿਹਾ ਹੈ ਕਿ ਰੱਬੀ ਰਜ਼ਾ ਵਿੱਚ ਰਹਿਣਾ ਹੈ, ਗੁਣਾਂ ਦੇ ਧਾਰਨੀ ਹੋਣਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਹੈ। ਤੇ ਜਿਹੜਾ ਬੰਦਾ ਇਸ ਚੀਜ਼ ਨੂੰ ਆਪਣਾ ਗੋਲ ਬਣਾ ਲਏਗਾ, ਉਹ ਬੰਦਾ ਸਥਿਰ ਹੋ ਜਾਏਗਾ। ਉਹ ਬੰਦਾ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ, ਜਿਹੜਾ ਇਹ ਲੇਖਾ ਲਿਖ ਲਵੇਗਾ, ਸਮਝ ਲਏਗਾ। ਇਸ ਲਈ ਅਸਾਂ ਇਹ ਲੇਖਾ ਲਿਖਣਾ ਹੈ, ਇਹ ਲੇਖ ਆਪਣੇ ਅੰਦਰ ਲਿਖਣੇ ਨੇ, ਇਹ ਗੁਣ ਆਪਣੇ ਅੰਦਰ ਧਾਰਨ ਕਰਨੇ ਨੇ। ਗੁਰੂ ਦੀ ਇਸ ਪਾਵਨ ਬਾਣੀ ਨੂੰ ਸਮਝਣਾ ਹੈ, ਇਹਨੂੰ ਇੰਪਲੀਮੈਂਟ ਕਰਨਾ ਹੈ। ਇੰਪਲੀਮੈਂਟ ਕਰਨ ਨੂੰ ਕਹਿੰਦੇ ਨੇ ਲੇਖਾ ਲਿਖਿਆ। ਉਹ ਬੰਦਾ ਪ੍ਰਵਾਨ ਹੋ ਜਾਏਗਾ। ਨਾਨਕ ਜੇ ਕੋ ਆਪ ਗਣਾਏਂਦਾ, ਗਣਾਏ ਦਾ ਮਤਲਬ ਆਪਣੇ ਆਪ ਨੂੰ ਵੱਡਾ ਅਖਵਾਏ। ਆਪ ਦਾ ਮਤਲਬ ਆਪਣੇ ਆਪ ਨੂੰ। ਸੋ ਮੂਰਖ ਗਾਵਾਰ, ਪਰ ਜੇ ਕੋਈ ਬੰਦਾ ਆਪਣੇ ਆਪ ਨੂੰ ਵੱਡਾ ਅਖਵਾਏ ਕਿ ਮੈਂ ਇਸ ਲੇਖੇ ਤੋਂ, ਜਿਹੜਾ ਗੁਰੂ ਜੀ ਦੱਸ ਰਹੇ ਨੇ ਕਿ ਇਹਦੇ ਤੋਂ ਇਲਾਵਾ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ, ਜਾਂ ਮੈਂ ਰੱਬੀ ਹੁਕਮ ਤੋਂ ਇਲਾਵਾ ਕੁਝ ਵੱਖਰਾ ਕਰ ਸਕਦਾ ਹਾਂ, ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ, ਤਾਂ ਗੁਰੂ ਜੀ ਕਹਿੰਦੇ ਨੇ ਉਹ ਮੂਰਖ ਹੈ, ਉਹ ਗੰਵਾਰ ਹੈ, ਉਹ ਕਮਲਾ ਹੈ, ਚੱਲਾ ਹੈ, ਬੇਸਮਝ। ਕਿਉਂਕਿ ਹੋ ਹੀ ਨਹੀਂ ਸਕਦਾ ਨਾ। ਜੇ ਕੋਈ ਝੂਠ ਫਰੇਬ ਬੋਲਦਾ ਜਾਏ, ਮਾੜੇ ਕਰਮ ਕਰੇ ਤੇ ਕਹੇ ਕਿ ਮੈਂ ਤੀਰਥਾਂ ਤੇ ਨਹਾ ਕੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਵਾਂ, ਤਾਂ ਐਵੇਂ ਕਦੇ ਹੋਣਾ ਹੀ ਨਹੀਂ। ਗੱਲ ਤਾਂ ਸੋਚ ਚੇਂਜ ਕਰਨ ਦੀ ਨਾ। ਇਸ ਲਈ
ਰੱਬੀ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੁਝ ਕਰ ਹੀ ਨਹੀਂ ਪਾਓਗੇ ਤੇ ਫਿਰ ਗੰਵਾਰ ਹੀ ਹੋਇਆ ਨਾ, ਕਮਲਾ ਹੀ ਹੋਇਆ ਨਾ ਜੋ ਬੰਦਾ ਇਹ ਗੱਲ ਕਹਿੰਦਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਬੇਸਮਝ ਹੈ, ਉਹ ਗੰਵਾਰ ਹੈ। ਜੇ ਕੋਈ ਰੱਬੀ ਹੁਕਮ ਤੋਂ ਬਾਹਰ ਆਪਣੇ ਆਪ ਨੂੰ ਬਣਾਉਂਦਾ ਹੈ, ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਹਉਮੈ ਹੰਕਾਰ ਕਰਦਾ ਹੈ, ਉਹ ਗੰਵਾਰ ਹੈ, ਕਮਲਾ ਹੈ। ਮਹਿਲਾ ਤੀਜਾ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੇ ਤਹ ਜਾਏ। ਇਸ ਪਾਵਨ ਪੰਕਤੀ ਦੇ ਵਿਸਰਾਮ ਐਵੇਂ ਲਗਾਣੇ ਨੇ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੇ ਤਹ ਜਾਏ। ਕੁੰਚਰ ਦਾ ਮਤਲਬ ਹਾਥੀ ਤੇ ਪੀਲਕ ਦਾ ਮਤਲਬ ਹੁੰਦਾ ਹੈ ਹਾਥੀ ਨੂੰ ਚਲਾਉਣ ਵਾਲਾ, ਜਿਹਨੂੰ ਮਹਾਵਤ ਕਿਹਾ ਜਾਂਦਾ ਹੈ। ਗਿਆਨ ਗੁਰੂ ਦੀ ਦਿੱਤੀ ਮੱਤ, ਜਹ ਦਾ ਮਤਲਬ ਜਿੱਧਰ, ਤੇ ਕੁੰਡਾ ਦਾ ਮਤਲਬ ਹੈ ਹਾਥੀ ਨੂੰ ਜਿਹਦੇ ਨਾਲ ਤੋੜੀਦਾ, ਇੱਕ ਤਿੱਖਾ ਜਿਹਾ ਸਰੀਆ ਜੋ ਹਾਥੀ ਦੇ ਸਿਰ ਤੇ ਮਾਰ ਕੇ ਉਹਨੂੰ ਤੋੜਦਾ। ਹੁਣ ਗੁਰੂ ਜੀ ਕਹਿੰਦੇ ਨੇ ਮਨ ਕੁੰਚਰ, ਮਨ ਮਾਨੋ ਇੱਕ ਹਾਥੀ ਹੈ, ਮਨ ਇੱਕ ਹਾਥੀ ਹੈ। ਤੇ ਜੇ ਹਾਥੀ ਆਪ ਮੁਹਾਰਾ ਹੋਵੇ, ਹੁਣ ਹਾਥੀ ਦੇ ਵਿੱਚ ਤਾਕਤ ਹੈ ਬਹੁਤ ਜ਼ਿਆਦੀ, ਜੇ ਹਾਥੀ ਆਪ ਮੁਹਾਰਾ ਹੋਵੇ ਤਾਂ ਤੋੜ ਫੋੜ ਕਰੇਗਾ। ਦੇਖਿਆ ਹੈ ਇੱਕ ਦੋ ਵੀਡੀਓ ਤੁਸੀਂ ਦੇਖਿਆ ਹੋਣਗੀਆਂ, ਹਾਥੀ ਨੇ ਕਿਵੇਂ ਅਫਰਾ ਤਫਰੀ ਮਚਾਈ ਹੋਈ ਹੈ, ਸਕੂਟਰ ਇੱਧਰ ਸੁੱਟਤਾ, ਕਾਰ ਸੁੱਟਤੀ ਹੈ, ਕਈ ਕੁਛ ਵੇਖਿਆ ਹੋਣਾ ਤੁਸੀਂ। ਕਿਉਂਕਿ ਉਹਦੇ ਅੰਦਰ ਤਾਕਤ ਹੈ ਤੇ ਉਹ ਜਿਹਨੂੰ ਟੱਕਰ ਮਾਰੇਗਾ ਕਿਸੇ ਮਕਾਨ ਨੂੰ, ਉਹਨੂੰ ਡੇਗ ਦੇਗਾ, ਬੰਦੇ ਨੂੰ ਕੁਚਲ ਦੇਗਾ, ਨੁਕਸਾਨ ਕਰੇਗਾ ਨਾ। ਪਰ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਮਨ ਹਾਥੀ ਤਾਕਤਵਰ ਹੈ, ਤੇ ਜੇ ਹਾਥੀ ਕੁੰਡੇ ਤੋਂ ਬਾਹਰਾ ਹੋਵੇ, ਉਹਦੇ ਉੱਤੇ ਮਹਾਵਤ ਨਾ ਹੋਵੇ ਤਾਂ ਉਹ ਨੁਕਸਾਨ ਕਰਦਾ ਹੈ, ਐਵੇਂ ਇਹ ਮਨ ਮਾਨੋ ਇੱਕ ਹਾਥੀ ਹੈ। ਜੇ ਇਹਨੂੰ ਅਵਾਰਾ ਛੱਡ ਦਿਓਗੇ ਨੁਕਸਾਨ ਕਰੇਗਾ, ਪਰ ਜੇ ਇਸ ਹਾਥੀ ਦੇ ਉੱਤੇ ਪੀਲਕ ਗੁਰੂ, ਇਸ ਮਨ ਰੂਪ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਗੁਰੂ ਹੋਵੇ, ਗੁਰੂ ਇਹਨੂੰ ਚਲਾਏ, ਗਿਆਨ ਕੁੰਡਾ, ਤੇ ਗੁਰੂ ਦੇ ਗਿਆਨ ਦਾ ਕੁੰਡਾ ਹੋਵੇ, ਗੁਰੂ ਦੇ ਗਿਆਨ ਦੇ ਕੁੰਡੇ ਨਾਲ ਇਹਨੂੰ ਚਲਾਇਆ ਜਾਏ ਵੀ ਇੱਧਰ ਚੱਲ, ਇੱਧਰ ਚੱਲ, ਇੱਧਰ ਜਾ, ਇੱਧਰ ਜਾ, ਗੁਰੂ ਗਿਆਨ ਦੇ ਚਾਨਣੇ ਵਿੱਚ ਤੁਰੇ। ਜਹ ਖਿੰਚੇ ਤਹ ਜਾਏ, ਤਾਂ ਮਨ ਉਧਰ ਜਾਂਦਾ ਹੈ ਜਿੱਧਰ ਗੁਰੂ ਤੋਰਦਾ ਹੈ। ਜਹ ਖਿੰਚੇ, ਜਿੱਧਰ ਗੁਰੂ ਖਿੱਚਦਾ ਹੈ, ਜਿੱਧਰ ਗੁਰੂ ਤੋਰਦਾ ਹੈ, ਫਿਰ ਇਹ ਮਨ ਉਧਰ ਹੀ ਜਾਏਗਾ। ਤੇ ਜੇ ਗੁਰੂ ਦੇ ਦੱਸੇ ਰਾਹ ਤੇ ਮਨ ਤੁਰੇਗਾ ਤਾਂ ਫਿਰ ਇਹ ਮਨ ਸਾਨੂੰ ਸੁਖ ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਦੇਵੇਗਾ। ਇੱਕ ਗੱਲ ਸਮਝ ਲੈਣਾ, ਮਨ ਦੀ ਆਪਣੀ ਤਾਕਤ ਹੈ। ਇਹ ਜਿੰਨੀ ਜਲਦੀ ਵਿਕਾਰਾਂ ਵਿੱਚ ਜੁੜਦਾ ਹੈ, ਉਨੀ ਹੀ ਜਲਦੀ ਗੁਣਾਂ ਵਿੱਚ ਵੀ ਜੁੜਦਾ ਹੈ। ਜਿੰਨੀ ਜਲਦੀ ਇਹ ਸੰਸਾਰ ਵਿੱਚ ਜੋੜਦਾ ਹੈ, ਉਨੀ ਜਲਦੀ ਇਹ ਨਿਰੰਕਾਰ ਵਿੱਚ ਵੀ ਜੋੜ ਦਿੰਦਾ ਹੈ, ਕਿਉਂਕਿ ਤਾਕਤ ਹੈ ਨਾ ਆਪਣੀ। ਜਿਵੇਂ ਹੁਣ ਮੰਨ ਲਓ ਮੈਂ ਇੱਥੇ ਹੰਸਲੋ ਬੈਠਾ ਤੇ ਕਾਰ ਦੇ ਵਿੱਚ ਮੈਂ ਕਿਸੇ ਦੇ ਨਾਲ ਬੈਠ ਜਾਵਾਂ, ਤੇ ਉਹ ਕਾਰ ਤੁਸੀਂ ਜੇ ਗ੍ਰੇਵਜੈਂਡ ਵੱਲ ਨੂੰ ਚਲਾਓਗੇ ਤੇ ਉਹ ਪੂਰੀ ਸਪੀਡ ਨਾਲ ਭੱਜੇਗੀ, ਤੇ ਜੇ ਬ੍ਰਿਮਿੰਗਮ ਵੱਲ ਚਲਾਓਗੇ ਤਾਂ ਫਿਰ ਵੀ ਉਸੇ ਸਪੀਡ ਨਾਲ ਭੱਜੇਗੀ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਾਰ ਨੂੰ ਕਿਸ ਸੜਕ ਤੇ ਦੌੜਾਉਣਾ ਚਾਹੁੰਦੇ ਹੋ। ਕਾਰ ਦੀ ਆਪਣੀ ਸਪੀਡ ਹੈ, ਜਿੱਧਰ ਵੀ ਦੌੜਾਓਗੇ ਉਸੇ ਸਪੀਡ ਦੇ ਨਾਲ ਦੌੜੇਗੀ, ਚਾਹੇ ਪੂਰਬ ਵੱਲ ਦੌੜਾਓ ਜਾਂ ਪੱਛਮ ਵੱਲ ਦੌੜਾਓ, ਉੱਤਰ ਵੱਲ ਦੌੜਾਓ ਜਾਂ ਦੱਖਣ ਵੱਲ ਦੌੜਾਓ। ਇਹ ਹੁਣ ਡਿਪੈਂਡ ਕਰੇਗਾ ਦੌੜਾਉਣ ਵਾਲੇ ਤੇ ਕਿ ਉਹ ਕਿੱਧਰ ਨੂੰ ਜਾਣਾ ਚਾਹੁੰਦਾ ਹੈ। ਮਨ ਦੀ ਆਪਣੀ ਤਾਕਤ ਹੈ, ਜਿੰਨੀ ਸਪੀਡ ਨਾਲ ਇਹ ਸੰਸਾਰ ਵਿੱਚ ਖਚਤ ਹੁੰਦਾ ਹੈ ਨਾ, ਉਨੀ ਸਪੀਡ ਦੇ ਨਾਲ ਹੀ ਇਹ ਨਿਰੰਕਾਰ ਵਿੱਚ ਵੀ ਖਚਤ ਹੋ ਜਾਏਗਾ। ਗੱਲ ਡਾਇਰੈਕਸ਼ਨ ਦੀ ਹੈ ਵੀ ਡਾਇਰੈਕਸ਼ਨ ਕਿੱਧਰ ਹੈ ਤੁਹਾਡੀ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਜਿੰਨੀ ਛੇਤੀ ਇਹ ਨਫ਼ਰਤ ਪੈਦਾ ਕਰਦਾ ਹੈ ਨਾ, ਉਨੀ ਛੇਤੀ ਇਹ ਪਿਆਰ ਵੀ ਪੈਦਾ ਕਰ ਲਏਗਾ। ਪਰ ਗੱਲ ਤਾਂ ਡਾਇਰੈਕਸ਼ਨ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸ ਮਨ ਰੂਪ ਹਾਥੀ ਦੇ ਉੱਤੇ ਜੇ ਗੁਰੂ ਨੂੰ ਮਹਾਵਤ ਬਣਾਇਆ ਜਾਏ, ਗੁਰੂ ਦੇ ਗਿਆਨ ਦਾ ਇਹਦੇ ਉੱਤੇ ਕੁੰਡਾ ਹੋਵੇ, ਜਿੱਧਰ ਗੁਰੂ ਖਿੱਚੇ ਤੋਰੇ ਉਧਰ ਹੀ ਇਹ ਫਿਰ ਮਨ ਜਾਏਗਾ। ਪਰ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ। ਤੇ ਜੇ ਇਸ ਮਨ ਰੂਪੀ ਹਾਥੀ ਦੇ ਉੱਤੇ, ਹਸਤੀ ਦਾ ਮਤਲਬ ਹਾਥੀ, ਕੁੰਡੇ ਬਾਹਰਾ ਦਾ ਮਤਲਬ ਇਹਦੇ ਉੱਤੇ ਗਿਆਨ ਦਾ ਕੁੰਡਾ ਨਾ ਹੋਵੇ, ਫਿਰ ਦਾ ਮਤਲਬ ਮੁੜ ਕੇ, ਉਜੜ ਪਾਏ ਦਾ ਮਤਲਬ ਕੁਰਾਏ ਪਏਗਾ। ਜੇ ਇਹਦੇ ਉੱਤੇ ਗਿਆਨ ਦਾ ਕੁੰਡਾ ਨਹੀਂ, ਜੇ ਤੁਸੀਂ ਇਹਨੂੰ ਗਿਆਨ ਦੇ ਚਾਨਣੇ ਵਿੱਚ ਨਹੀਂ ਚਲਾ ਰਹੇ, ਤਾਂ ਇਹ ਮਨ ਜਿਹੜਾ ਹੈ ਮੁੜ ਕੇ ਉਜੜ ਮਾਰਗ ਦੇ ਉੱਤੇ ਪਾਏਗਾ, ਪੁੱਠੇ ਪਾਸੇ ਜਾਏਗਾ, ਨੈਗੇਟਿਵਿਟੀ ਇਹਦੇ ਅੰਦਰ ਆਏਗੀ।
ਵਿਕਾਰ ਪੈਦਾ ਹੋਣਗੇ, ਮੁੜ ਕੇ ਵਿਕਾਰਾਂ ਦੇ ਖੱਡੇ ਵਿੱਚ ਗਿਰੇਗਾ, ਮੁੜ ਕੇ ਮਨਮਤਾਂ ਵਾਲੇ ਪਾਸੇ ਲੈ ਜਾਏਗਾ, ਮੁੜ ਕੇ ਗੈਰ ਇਨਸਾਨੀਅਤ ਵਾਲੇ ਪਾਸੇ ਲੈ ਜਾਏਗਾ। ਇਹ ਤੁਹਾਨੂੰ ਹੈਵਾਨੀਅਤ ਦੇ ਰਾਹਾਂ ਤੇ ਲੈ ਜਾਏਗਾ ਜੇ ਮਨ ਦੇ ਉੱਤੇ ਗਿਆਨ ਦਾ ਕੁੰਡਾ ਨਹੀਂ ਹੈ, ਭਾਵ ਜੇ ਗਿਆਨ ਦੇ ਚਾਨਣੇ ਵਿੱਚ ਨਹੀਂ ਚਲਾ ਰਹੇ, ਜੇ ਗਿਆਨ ਦਾ ਸਹੀ ਯੂਜ਼ ਨਹੀਂ ਕਰ ਰਹੇ, ਜੇ ਗੁਰਮਤਿ ਆਸ਼ੇ ਅਨੁਸਾਰ ਨਹੀਂ ਜੀ ਰਹੇ। ਪੌੜੀ ਤਿਸ ਆਗੇ ਅਰਦਾਸ ਜਿਨ ਉਪਾਇਆ। ਜਿਨ ਦਾ ਮਤਲਬ ਜਿਸ ਪ੍ਰਭੂ ਨੇ ਸੰਸਾਰ ਪੈਦਾ ਕੀਤਾ ਹੈ ਉਹਦੇ ਅੱਗੇ ਅਰਦਾਸ ਕਰ। ਯਾਨੀ ਕੋਈ ਦੇਵੀ, ਕੋਈ ਦੇਵਤਾ, ਕੋਈ ਅਵਤਾਰ ਤੈਨੂੰ ਸਿੱਧੇ ਮਾਰਗ ਤੇ ਨਹੀਂ ਪਾ ਸਕਦਾ, ਤੈਨੂੰ ਵਿਕਾਰਾਂ ਤੋਂ ਨਹੀਂ ਬਚਾ ਸਕਦਾ। ਜਿਨਨੇ ਜਗਤ ਪੈਦਾ ਕੀਤਾ ਹੈ ਉਹ ਤੇਰੇ ਦੁੱਖਾਂ ਸੁੱਖਾਂ ਤੋਂ ਤੈਨੂੰ ਬਚਾ ਸਕਦਾ ਹੈ ਜੇ ਤੂੰ ਰੱਬੀ ਰਜ਼ਾ ਦੇ ਅੰਦਰ ਤੁਰੇ। ਇਸ ਲਈ ਪ੍ਰਭੂ ਅੱਗੇ ਅਰਦਾਸ ਕਰ, ਰੱਬ ਅੱਗੇ ਸਮਰਪਣ ਕਰ, ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਹੇ ਪ੍ਰਭੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਹਾਂ, ਰੱਬੀ ਰਜ਼ਾ ਦੇ ਵਿੱਚ ਤੁਰ। ਜਿਨਨੇ ਜਗਤ ਪੈਦਾ ਕੀਤਾ ਹੈ ਉਹਦੇ ਅੱਗੇ ਅਰਦਾਸ ਕਰ, ਉਹਦੇ ਅੱਗੇ ਬੇਨਤੀ ਕਰ, ਭਾਵ ਉਹਦੀ ਸ਼ਰਨ ਦੇ ਵਿੱਚ ਆ, ਉਹਦੀ ਰਜ਼ਾ ਦੇ ਵਿੱਚ ਤੁਰ। ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਸਤਿਗੁਰ ਆਪਣਾ ਸੇਵ, ਸੇਵ ਦਾ ਮਤਲਬ ਸੇਵ ਕੇ, ਸੇਵਾ ਕਰਕੇ, ਸੇਵਾ ਕਰਕੇ ਦਾ ਮਤਲਬ ਹੁਕਮ ਮੰਨ ਕੇ। ਜੇ ਸਤਿਗੁਰ ਦੇ ਹੁਕਮ ਵਿੱਚ ਤੁਰੀਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਦੇ ਹੁਕਮ ਨੂੰ ਮੰਨੀਏ ਤਾਂ ਸਭ ਫਲ ਪਾਇਆ ਦਾ ਮਤਲਬ ਬੰਦਾ ਸਾਰੇ ਫਲ ਪਾ ਲੈਂਦਾ ਹੈ, ਸਾਰੇ ਫਲ ਮਿਲ ਜਾਂਦੇ ਨੇ। ਕਿਹੜੇ ਫਲ? ਕਿ ਮੈਨੂੰ ਸੁੱਖ ਮਿਲੇ, ਮੈਨੂੰ ਪਿਆਰ ਮਿਲੇ, ਆਦਰ ਮਿਲੇ ਔਰ ਮੈਂ ਮੁਕਤ ਹੋ ਜਾਵਾਂ। ਇਹ ਸਾਰੇ ਫਲ, ਸਾਰੇ ਸੁੱਖ, ਸਾਰੇ ਆਨੰਦ, ਸਾਰੀਆਂ ਖੁਸ਼ੀਆਂ, ਸਾਰੇ ਖੇੜੇ ਮਿਲ ਜਾਂਦੇ ਨੇ ਜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰੀਏ। ਤੇ ਆਪਾਂ ਆਸਾ ਕੀ ਵਾਰ ਵਿੱਚ ਵਿਚਾਰ ਕੀਤੀ ਸੀ ਨਾ ਕਿ ਗੁਰੂ ਦੇ ਸੇਵਕ ਦੇ ਅੰਦਰ ਕਰੀਬ 9 ਗੁਣ ਹੁੰਦੇ, ਤੇ ਜਿਸ ਬੰਦੇ ਦੇ ਅੰਦਰ ਇਹ 9 ਗੁਣ ਆ ਜਾਣ ਉਹ ਰੱਬ ਵਰਗਾ ਹੀ ਹੋ ਜਾਂਦਾ ਹੈ। ਪਹਿਲਾ ਗੁਣ ਹੈ ਸੰਤੋਖ, ਸੇਵ ਕੀਤੀ ਸੰਤੋਖੀ। ਦੂਜਾ ਗੁਣ ਹੈ ਸੱਚ, ਜਿਨੀ ਸੱਚੋ ਸੱਚ ਧਿਆਇਆ। ਤੀਜਾ ਗੁਣ ਹੈ ਉਹਨੀ ਮੰਦੇ ਪੈਰ ਨਾ ਰੱਖਿਓ, ਮੰਦੀ ਸੋਚ ਵੀ ਜ਼ਿੰਦਗੀ ਵਿੱਚ ਪੈਦਾ ਨਾ ਹੋਵੇ। ਚੌਥਾ ਗੁਣ ਹੈ ਚੰਗੀ ਕਿਰਤ ਕਰਨੀ, ਕਰ ਸੁਕ੍ਰਿਤ, ਇਮਾਨਦਾਰੀ ਦੀ ਕਿਰਤ ਕਰਨੀ, ਸੱਚੀ ਕਿਰਤ ਕਰਨੀ। ਪੰਜਵਾਂ ਗੁਣ ਹੈ ਧਰਮ ਕਮਾਇਆ, ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਨਾ। ਛੇਵਾਂ ਗੁਣ ਹੈ ਦੁਨੀਆ ਦੇ ਬੰਧਨਾਂ ਨੂੰ ਤੋੜ ਦੇਣਾ, ਕਾਮ, ਕ੍ਰੋਧ ਆਦਿਕ, ਜਾਤੀਵਾਦ, ਕਰਮ ਕਾਂਡ। ਸੱਤਵਾਂ ਗੁਣ ਹੈ ਅੰਨ ਪਾਣੀ ਥੋੜਾ ਖਾਇਆ, ਮੀਨਸ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ, ਚਸਕੇ ਆਦਿਕ ਛੱਡਣੇ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨੇ ਦੇਵੇਂ ਚੜੇ ਸਵਾਇਆ, ਵੰਡ ਕੇ ਛਕਣਾ। 8ਵਾਂ ਗੁਣ। ਤੇ 9ਵਾਂ ਗੁਣ ਹੈ ਵਡਿਆਈ, ਸਿਫਤ ਸਲਾਹ, ਪੋਜ਼ਿਟਿਵ ਥਿੰਕਿੰਗ। ਤੇ ਜਿਹਦੇ ਅੰਦਰ ਇਹ ਗੁਣ ਆ ਗਏ, ਵੱਡਾ ਪਾਇਆ, ਉਹ ਵੱਡੇ ਪ੍ਰਭੂ ਨੂੰ ਪਾ ਲੈਂਦਾ। ਤਾਂ ਇਹ ਸਾਰੇ ਗੁਣ ਮਿਲ ਗਏ ਨਾ। ਜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਾਂਗੇ ਸਾਡੀ ਜ਼ਿੰਦਗੀ ਅੰਦਰ ਇਹ ਸਾਰੇ ਗੁਣ ਆ ਜਾਣ ਔਰ ਇਹਨਾਂ ਗੁਣਾਂ ਤੋਂ ਜੋ ਪੈਦਾ ਹੋਏ ਸੁੱਖ ਨੇ ਉਹ ਸਾਨੂੰ ਮਿਲ ਜਾਣ। ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਜੇ ਸਤਿਗੁਰ ਦੇ ਹੁਕਮ ਵਿੱਚ ਤੁਰੀਏ ਤਾਂ ਸਾਰੇ ਫਲ ਮਿਲ ਜਾਂਦੇ ਨੇ, ਸਾਰੇ ਸੁੱਖ ਮਿਲ ਜਾਂਦੇ ਨੇ, ਆਨੰਦ ਖੇੜੇ ਪ੍ਰਸੰਨਤਾ ਮਿਲ ਜਾਂਦੀ। ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ। ਨਾਉ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਜੋ ਰੱਬੀ ਹੁਕਮ ਹੈ, ਰੱਬੀ ਗੁਣ ਨੇ, ਉਹ ਆਤਮਿਕ ਜੀਵਨ ਦੇਣ ਵਾਲਾ ਹੈ। ਲੋਭ ਹੰਕਾਰ ਵਗੈਰਾ ਇਹ ਆਤਮਿਕ ਮੌਤ ਲਿਆਉਣ ਵਾਲੇ ਨੇ, ਇਹਨਾਂ ਕਰਕੇ ਇਨਸਾਨੀਅਤ ਮਰ ਜਾਂਦੀ ਹੈ। ਤੇ ਜੇ ਰੱਬੀ ਗੁਣਾਂ ਦੇ ਨਾਲ ਜੁੜੀਏ, ਰੱਬੀ ਹੁਕਮ ਦੇ ਅੰਦਰ ਤੁਰੀਏ, ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ। ਇਸ ਲਈ ਹਰੀ ਦਾ ਜੋ ਹੁਕਮ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਹੈ। ਸਦਾ ਧਿਆਇਆ ਦਾ ਮਤਲਬ ਹਮੇਸ਼ਾ ਹੀ ਗੁਰਮਤ ਵਾਲਿਆਂ ਨੇ, ਗੁਰਮੁਖ ਪਿਆਰਿਆਂ ਨੇ ਆਪਣੇ ਧਿਆਨ ਦੇ ਅੰਦਰ ਰੱਖਿਆ ਹੈ। ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਣਾ, ਰੱਬੀ ਰਜ਼ਾ ਦੇ ਅੰਦਰ ਆਪਣੇ ਧਿਆਨ ਨੂੰ ਜੋੜਨਾ, ਆਪਣੀ ਸੁਰਤ ਦੇ ਅੰਦਰ, ਸੂਝ ਦੇ ਅੰਦਰ, ਸਮਝ ਦੇ ਅੰਦਰ, ਸੋਚ ਦੇ ਅੰਦਰ ਇਹ ਚੀਜ਼ ਬਿਠਾ ਲੈਣੀ ਕਿ ਮੈਂ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ। ਉਹਨਾਂ ਨੇ ਹਮੇਸ਼ਾ ਹੀ ਰੱਬੀ ਹੁਕਮ ਨੂੰ ਆਪਣੇ ਧਿਆਨ ਵਿੱਚ ਰੱਖਿਆ ਹੈ ਤੇ ਰੱਬੀ ਹੁਕਮ ਹੀ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ। ਸੰਤ ਜਨਾਂ ਦਾ ਮਤਲਬ ਜੋ ਗੁਰਮੁਖ ਨੇ, ਜੋ ਐਸੀ ਜ਼ਿੰਦਗੀ ਜੀ ਰਹੇ ਨੇ, ਇਹਨਾਂ ਰਾਹਾਂ ਤੇ ਚੱਲ ਰਹੇ ਨੇ ਜਿਸ ਨੂੰ ਗੁਰੂ ਜੀ ਸਚਿਆਰ ਕਹਿੰਦੇ ਨੇ, ਜਿਸ ਨੂੰ ਗੁਰੂ ਜੀ ਪੰਜ ਪ੍ਰਵਾਨ ਕਹਿੰਦੇ ਨੇ,
ਜਿਸ ਨੂੰ ਗੁਰੂ ਜੀ ਗੁਰਸਿੱਖ ਗੁਰਸਿੱਖੜਾ ਕਹਿੰਦੇ ਨੇ, ਜਿਸ ਨੂੰ ਗੁਰੂ ਜੀ ਗੁਰਮੁਖ ਕਹਿੰਦੇ ਨੇ, ਉਸੇ ਨੂੰ ਇੱਥੇ ਸੰਤ ਕਹਿ ਰਹੇ ਨੇ। ਸੰਤ ਮੀਨਸ ਸ਼ਾਂਤ, ਜਿਨ੍ਹਾਂ ਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਬੁਝਾ ਲਿਆ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਜੋ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤੈ ਜਾਏ ਵਾਲਾ ਰਾਸਤਾ ਜਿਨ੍ਹਾਂ ਨੇ ਅਪਣਾ ਲਿਆ, ਉਹਨਾਂ ਦੀ ਸੰਗਤ ਕਰਕੇ ਦੁੱਖ ਮਿਟਾਇਆ ਜਾ ਸਕਦਾ ਹੈ। ਜੇ ਐਸੇ ਲੋਕਾਂ ਦੀ ਸੰਗਤ ਕਰੀਏ, ਐਸੇ ਲੋਕਾਂ ਦੇ ਨਾਲ ਮਿਲ ਕੇ ਚੱਲੀਏ ਜਿਹੜੇ ਹੈ ਗੁਰਮਤਿ ਦੇ ਰਾਸਤੇ ਤੇ ਚੱਲ ਰਹੇ ਨੇ, ਉਸ ਰਾਸਤੇ ਤੇ ਜੇ ਚੱਲੀਏ ਤਾਂ ਦੁੱਖ ਮਿਟਾ ਸਕੀਦਾ ਹੈ, ਸਾਰੇ ਦੁੱਖ ਮਿਟ ਸਕਦੇ ਨੇ। ਨਾਨਕ ਭਏ ਅਚਿੰਤ ਹਰ ਤਨ ਨਿਹ ਚਲਾਇਆ। ਨਿਹ ਚਲਾਇਆ ਦਾ ਮਤਲਬ ਜੋ ਨਿਹਚਲ ਹੈ, ਸਦਾ ਕਾਇਮ ਹੈ, ਐਸਾ ਧਨ ਜੋ ਸਦਾ ਕਾਇਮ ਹੈ, ਜਿਨਨੇ ਕਦੇ ਖਤਮ ਨਹੀਂ ਹੋਣਾ। ਅਚਿੰਤ ਦਾ ਮਤਲਬ ਬੇਫਿਕਰ, ਚਿੰਤਾ ਤੋਂ ਰਹਿਤ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਕਦੇ ਨਾ ਨਾਸ ਹੋਣ ਵਾਲਾ ਨਾਮ ਧਨ ਖੱਟ ਕੇ ਬੇਫਿਕਰ ਹੋ ਜਾਈਦਾ। ਨਾਨਕ ਪੈ ਅਚਿੰਤ ਹਰ ਤਨ ਨਿਹ ਚਲਾਇਆ। ਹਰ ਤਨ ਦਾ ਮਤਲਬ ਰੱਬੀ ਗੁਣ, ਰੱਬੀ ਰਜ਼ਾ, ਸੱਚਾਈ, ਦਇਆ, ਨਿਰਭੈਤਾ, ਨਿਰਵੈਰਤਾ, ਪ੍ਰੇਮ, ਇਨਸਾਨੀਅਤ, ਸੇਵਾ ਆਦਿ ਜਿੰਨੇ ਵੀ ਸ਼ੁਭ ਗੁਣ ਨੇ, ਜੋ ਰੱਬੀ ਰਜ਼ਾ ਹੈ, ਇਹਨਾਂ ਗੁਣਾਂ ਨੂੰ ਖੱਟ ਕੇ ਰੱਬੀ ਰਜ਼ਾ ਦੇ ਮੁਤਾਬਕ ਜ਼ਿੰਦਗੀ ਜੀ ਕੇ ਅਚਿੰਤ ਦਾ ਮਤਲਬ ਚਿੰਤਾ ਤੋਂ ਰਹਿਤ ਬੰਦਾ ਹੋ ਜਾਂਦਾ ਹੈ। ਸਾਰੇ ਚਿੰਤਾ, ਫਿਕਰ ਆਦਿਕ ਮੁੱਕ ਜਾਂਦੇ ਨੇ ਜੇ ਇਸ ਸदैवी ਧਨ ਨੂੰ, ਸदैवी ਸੱਚੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਜਾਏ। ਤਾਂ ਕਿੰਨਾ ਇਹ ਸੌਖੇ ਢੰਗ ਦੇ ਨਾਲ ਸਾਨੂੰ ਇੱਕ ਐਸਾ ਰਾਸਤਾ ਦੱਸਿਆ ਜਾ ਰਿਹਾ ਹੈ, ਜਿਸ ਰਾਸਤੇ ਤੇ ਚੱਲ ਕੇ ਬੰਦਾ ਬੜੀ ਵਿਸ਼ਾਲ ਮਹਾਨ ਜ਼ਿੰਦਗੀ ਜੀ ਸਕਦਾ ਹੈ। ਪਰ ਜ਼ਰੂਰਤ ਤਾਂ ਅਮਲ ਕਰਨ ਦੀ ਹੈ, ਜ਼ਰੂਰਤ ਤਾਂ ਅਮਲ ਕਰਨ ਦੀ ਹੈ। ਜੋ ਇਨਸਾਨ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੇਗਾ, ਉਹੀ ਐਸੀ ਜ਼ਿੰਦਗੀ ਪਾ ਲਵੇਗਾ। ਤਾਂ ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਐਸੇ ਸ਼ੁਭ ਗੁਣ ਆਉਣ, ਸਾਡੇ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਪ੍ਰਸੰਨਤਾ ਆਉਣ, ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਰੱਬੀ ਰਜ਼ਾ ਦੇ ਅੰਦਰ ਜੀਵਨ ਗੁਜ਼ਾਰ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।